हाँ जी सुखविंदर जी। ठीक है वीर जी। ਅੱਜ ਦਾ ਗਿਆਨ ਜੀ ਅੰਗ 518 ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਰਾਗ ਗੌੜੀ ਦੇ ਵਿੱਚ। ਸ਼ਲੋਕ ਮਹੱਲਾ ਪੰਜਵਾਂ। ਚੰਗਿਆਈਆਂ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਪਸੀ, ਗਾਫਲ ਫਾਹੀ ਪੈਰ ਪੇਰ ਫਾਹੀ ਪੇਰ। ਉਹ ਕਹਿ ਰਹੇ ਕਿ ਆਦਮੀ ਜਦੋਂ ਚੰਗੇ ਕੰਮ ਕਰਨੇ ਹੈ, ਧਿਆਨ ਸਿਮਰਨ ਕਰਨਾ ਹੈ, ਪ੍ਰਮਾਤਮਾ ਦਾ ਨਾਮ ਕਰਨਾ ਹੈ, ਕੋਈ ਹੋਰ ਚੰਗਾ ਕੰਮ ਕਰਨਾ, ਉੱਥੇ ਤਾਂ ਆਲਸ ਹੋ ਜਾਂਦਾ ਇਹਨੂੰ। ਤੇ ਜਦੋਂ ਕੋਈ ਬੁਰਿਆਈ ਦਾ ਕੰਮ ਹੈ, ਮਾਇਆ ਦੇ ਵਿੱਚ ਖੇਡਣਾ ਹੈ, ਤੇ ਬੜਾ ਸ਼ੇਰ ਬਣ ਜਾਂਦਾ ਉਦੋਂ ਹੀ ਕਹਿੰਦੇ। ਤੇ ਮਾਲਕ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਨਾਨਕ ਅੱਜ ਕੱਲ ਆਲਸੀ, ਕਹਿੰਦੇ ਅੱਜ ਕੱਲ ਦੀ ਗੱਲ ਹੀ ਹੈ ਬਸ, ਕਦੋਂ ਵੀ ਉਹ ਤਾਂ ਸਿਰ ਤੇ ਖੜੀ ਹੈ ਤੇਰੇ। ਜਿਹੜੀ ਗਾਫਲ ਹੈ, ਮੌਤ ਦਾ ਫਰਿਸ਼ਤਾ ਹੈ, ਜਮਦੂਤ ਹੈ, ਉਹ ਤਾਂ ਤੇਰੇ ਸਿਰ ਤੇ ਖੜੇ ਹੈ। ਕਹਿੰਦੇ ਉਹਨਾਂ ਦੀ ਵਾਹੀ ਤੇਰੇ ਤੇ ਪੈਣ ਵਾਲੀ ਹੈ ਛੇਤੀ। ਤੇ ਤੂੰ ਦੇਖ ਲੈ ਹੁਣ ਤੂੰ ਕਿਸ ਕੰਮ ਲਈ ਆਇਆ, ਤੂੰ ਆਪਣਾ ਵਿਚਾਰ ਕਰ ਲੈ ਤੇਰਾ ਕੀ ਹਾਲ ਹੋਣਾ। ਤੇ ਇਸ ਕਰਕੇ ਉਹ ਕਹਿੰਦੇ ਆਲਸ ਨਾ ਕਰ ਜੀ। ਮੇਰਾ ਤੁਕ ਬੋਲਿਓ ਵੀ ਜੀ। ਕਹਿੰਦੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਸ਼ੇਰ ਮਤਲਬ ਬੁਰਿਆਈ ਹੋਏ ਸ਼ੇਰ, ਦਲੇਰ ਹੋ ਜਾਂਦਾ, ਕਹਿੰਦੇ ਬੜਾ ਸ਼ੇਰ ਬਣ ਜਾਂਦਾ ਕਹਿੰਦੇ ਬੁਰਿਆਈ ਕਰਨ ਲੱਗੇ। ਨਾਨਕ ਅੱਜ ਕੱਲ ਆਪਸੀ, ਗਾਫਲ ਫਾਹੀ ਪੇਰ। ਉਹਦੀ ਫਾਹੀ ਕਹਿੰਦੇ ਪੈ ਜਾਣੀ ਹੈ ਗਾਫਲ ਦੀ ਬਹੁਤ ਛੇਤੀ, ਕਹਿੰਦੇ ਅੱਜ ਕੱਲ ਦੀ ਗੱਲ ਹੈ ਕਹਿੰਦੇ। ਨਹੀਂ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਜਿਹੜਾ ਬੰਦਾ ਹੈ ਨਾ, ਉਹ ਕੀ ਕਰਦਾ ਹੈ ਕਿ ਬੁਰਾਈ ਕਰਨੀ ਹੋਵੇ ਨਾ, ਆਪ ਜੀ ਨਾਲ ਪਹਿਲਾਂ ਵੀ ਕਈ ਵਾਰ ਵਿਚਾਰ ਕੀਤੀ ਹੈ, ਕਿਉਂਕਿ ਮਾੜਾ ਕੰਮ ਕਰਨਾ ਹੋਵੇ, ਕਿਸੇ ਨੂੰ ਆਵਾਜ਼ ਮਾਰੋ ਬਈ, ਅੱਧੀ ਰਾਤ ਨੂੰ ਆਵਾਜ਼ ਮਾਰੋ, 1 ਮਿੰਟ 'ਚ ਉੱਠ ਕੇ ਆਵੇਗਾ। ਦੇਖੋ ਕਿੰਨਾ ਪਾਵਰਫੁਲ ਹੈ ਔਗਣ, ਮਾਇਆ ਦਾ ਕਿੰਨਾ ਪ੍ਰਤਾਪ ਹੈਗਾ। ਤੇ ਜੇ ਉਹਨੂੰ ਕਹੀਏ ਚੰਗਾ ਕੰਮ ਕਰ ਲਾ, ਧਿਆਨ ਸਿਮਰਨ ਕਰ ਲਾ, ਬੰਦਗੀ ਕਰ ਲਾ, ਉਹ ਕਹਿੰਦਾ ਅੱਜ ਨਹੀਂ ਮੈਂ ਕਰਨਾ, ਕੱਲ ਕਰੂੰਗਾ। ਇਸੇ ਤਰ੍ਹਾਂ ਜੀਵਨ ਕੀ ਕਰਦਾ ਹੈ, ਉਹ ਆਪਣਾ ਸਾਰਾ ਜੀਵਨ ਹੀ ਏਦਾਂ ਆਪਣੇ ਆਪ ਨੂੰ ਧੋਖਾ ਦਿੰਦਾ ਰਹਿੰਦਾ। ਅਸਲ 'ਚ ਨਾ ਪਤਾ ਕੀ ਆ, 90% ਜਿਹੜਾ ਸਾਡਾ ਜੀਵਨ ਹੈ ਨਾ, ਉਹ ਸਾਡਾ ਆਦਤਾਂ ਦੇ ਅਧੀਨ ਚੱਲਦਾ ਹੈ। ਸਾਡੇ ਨਾ ਆਦਤਾਂ ਹੁੰਦੀਆਂ ਨੇ, ਤੇ ਆਦਤਾਂ ਜਿਹੜੀਆਂ ਹੁੰਦੀਆਂ ਨੇ ਉਹਦੀਆਂ ਜੜ੍ਹਾਂ ਸਾਡੇ ਚਿੱਤ 'ਚ ਹੁੰਦੀਆਂ। ਤੇ ਚਿੱਤ ਦੇ ਮਗਰ ਜਿਹੜਾ ਉਹਨੂੰ ਸਪੋਰਟ ਕਰਨ ਦੇ ਲਈ ਹੁੰਦਾ ਸਾਡਾ ਕਾਰਨ ਸਰੀਰ, ਠੀਕ ਹੈ। ਤੇ ਉਹ ਚਿੱਤ 'ਚੋਂ ਹੀ ਸਾਡਾ ਮਨ ਉਹਨਾਂ ਚੀਜ਼ਾਂ ਨੂੰ ਜਦੋਂ ਪ੍ਰਗਟ ਹੁੰਦੀਆਂ ਨੇ, ਉਹਨਾਂ ਨੂੰ ਫਿਰ ਕਰਕੇ ਬੜਾ ਆਨੰਦ ਲੈਂਦਾ। ਕੁਝ ਚੀਜ਼ਾਂ ਹੈਗੀਆਂ ਨੇ, ਦੇਖੋ ਤੁਸੀਂ ਚਾਹ ਕੇ ਵੀ ਉਹਨੂੰ ਨਹੀਂ ਬਦਲ ਸਕਦੇ। ਇੱਕ ਵਾਰਿਸ ਸ਼ਾਹ ਦੀ ਗੱਲ ਹੈ, ਕਹਿੰਦੇ ਵਾਰਿਸ ਸ਼ਾਹ ਨਹੀਂ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੋਲੀਆਂ ਪੋਲੀਆਂ। ਕਈ ਵਾਰੀ ਆਪਾਂ ਘਰਾਂ 'ਚ ਵੇਖਦੇ ਹਾਂ ਕਿ ਆਪਣੇ ਘਰਾਂ 'ਚ ਕਈ ਬੰਦੇ ਏਦਾਂ ਦਾ ਸੁਭਾਅ ਹੁੰਦਾ ਉਹਨਾਂ ਦਾ, ਏਦਾਂ ਦੀ ਗੱਲ ਕਰਦੀ ਬੜੀ ਹੈ, ਤੇ ਆਪਾਂ ਉੱਥੇ ਲੜਾਈ ਕਰਕੇ ਬਹਿ ਜਾਂਦੇ ਹਾਂ। ਅਸਲ ਦੇ ਵਿੱਚ ਉਹ ਗੱਲ ਕਹਿਣਾ ਨਹੀਂ ਚਾਹੁੰਦਾ, ਉਸ ਬੰਦੇ ਦਾ ਸੁਭਾਅ ਬਣ ਚੁੱਕਿਆ ਹੈ, ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਹਿ ਰਿਹਾ। ਬੇਹੋਸ਼ ਹੈ ਉਹ ਇਨਸਾਨ। ਔਰ ਇਹਦੇ ਕਰਕੇ 97% ਜਿਹੜੇ ਲੜਾਈਆਂ ਝਗੜੇ ਹੁੰਦੇ ਨੇ ਘਰਾਂ ਦੇ ਵਿੱਚ, ਕਿਉਂਕਿ ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਇਹ ਬੰਦਾ ਬਾਰ-ਬਾਰ ਹੀ ਉਹ ਚੀਜ਼ ਕਰ ਰਿਹਾ ਹੈ। ਇੱਕ ਵਾਰੀ ਤੇ ਚਲੋ ਮੰਨਿਆ ਲੜਾਈ ਹੋਈ, ਤੁਸੀਂ ਵੇਖੋਗੇ 10-5 ਦਿਨਾਂ ਬਾਅਦ ਫਿਰ ਉਹ ਬੰਦਾ ਉਸੇ ਤਰ੍ਹਾਂ ਦਾ ਹੀ ਕੰਮ ਕਰੇਗਾ। ਇਹ ਤਾਂ ਮਤਲਬ ਕਿ ਉਸ ਇਨਸਾਨ ਦੇ ਅੰਦਰ ਇੱਕ ਆਟੋ ਪਾਇਲਟ ਆ। ਆਟੋ ਪਾਇਲਟ ਮਤਲਬ ਆਦਤ ਬਣ ਚੁੱਕੀ ਉਹਦੀ, ਪਰ ਆਦਤ ਦੇ ਨਾਲ ਉਹਦਾ ਸੁਭਾਅ ਬਣ ਚੁੱਕਿਆ। ਸੁਭਾਅ ਜਿਹੜਾ ਜਦੋਂ ਬੰਦੇ ਦਾ ਬਣ ਜਾਂਦਾ ਨਾ, ਉਹਨੂੰ ਬਦਲਣਾ ਬੜਾ ਔਖਾ। ਉਹਨੂੰ ਇੱਕ ਤਰੀਕਾ ਜਾਂ ਤੇ ਕੋਈ ਭੈਣ ਭਰਾ ਥੋੜਾ ਬਹੁਤਾ ਉਹਨੂੰ ਸਮਝਾਉਣ, ਕਨਵਿੰਸ ਕਰਨ ਕਿ ਵੀ ਇਹ ਤੇਰੀ ਆਦਤ ਹੈ ਮਾੜੀ, ਇਹਨੂੰ ਛੱਡ ਦੇ ਸੱਜਣਾ, ਇਹਦੇ ਕਰਕੇ ਤੇਰਾ ਜੀਵਨ ਪ੍ਰਭਾਵਿਤ ਹੋ ਰਿਹਾ। ਪਰ ਜਦੋਂ ਸੁਭਾਅ ਬਣ ਜੇ ਫਿਰ ਮੈਨੂਫੈਕਚਰਿੰਗ ਫਾਲਟ ਹੋ ਜਾਂਦਾ। ਤੇ ਜੋ ਚੀਜ਼ 'ਚ ਗੜਬੜ ਹੈ, ਹੁਣ ਚੀਜ਼ ਦੇ ਵਿੱਚ ਜਦੋਂ ਗੜਬੜ ਹੈ ਤੇ ਫਿਰ ਉਹ ਤੁਸੀਂ ਭਾਵੇਂ ਰਸ ਬਣਾਓ, ਤੁਸੀਂ ਬਿਸਕੁਟ ਬਣਾਓ, ਜਿੱਦਾਂ ਦਾ ਉਹਦਾ ਬਣਿਆ ਉਹਦਾ ਡਿਜ਼ਾਈਨ ਮੋਲਡ, ਉਸੇ ਤਰ੍ਹਾਂ ਦਾ ਹੀ ਬਿਸਕੁਟ ਬਣੇਗਾ। ਜੇ ਵਿੰਗਾ ਬਣਿਆ ਤੇ ਵਿੰਗਾ, ਤੇ ਜੇ ਸਿੱਧਾ ਬਣਿਆ ਤੇ ਸਿੱਧਾ।
ਹੁਣ ਕਈ ਵਾਰੀ ਸਾਡੀਆਂ ਆਦਤਾਂ ਨੇ, ਵੇਖੋ ਤੁਹਾਡੀਆਂ ਆਦਤਾਂ, ਤੁਸੀਂ ਵੇਖੋ ਸਵੇਰ ਤੋਂ ਸ਼ਾਮ ਤੱਕ ਤੁਹਾਡਾ ਸਾਰਾ ਜੀਵਨ ਜਿਹੜਾ ਨਾ ਤੁਹਾਡੀਆਂ ਆਦਤਾਂ ਬਣ ਚੁੱਕੀਆਂ ਨੇ। ਜਿਹੜੇ ਤਰੀਕੇ ਨਾਲ ਤੁਸੀਂ ਬਰਸ਼ ਕਰਦੇ ਜੋ ਨਾ, ਉਸੇ ਤਰੀਕੇ ਨਾਲ ਤੁਸੀਂ ਬਰਸ਼ ਕਰਦੇ ਜੋ। ਤੁਸੀਂ ਨਹਾਉਣ ਲੱਗੇ ਜਿਹੜੇ ਹੱਥ ਨਾਲ ਤੁਸੀਂ ਟੈਪ ਆਨ ਕਰਦੇ ਜੋ, ਸ਼ਾਵਰ ਆਨ ਕਰਦੇ ਜੋ, ਜਾਂ ਮੱਗ ਕਿੱਥੇ ਸਰੀਰ ਦੇ ਹਿੱਸੇ ਤੇ ਪਾਉਂਦੇ ਜੋ, ਤੁਸੀਂ ਵੇਖੋਗੇ ਤੁਹਾਨੂੰ ਪਤਾ ਲੱਗੇਗਾ ਹਰ ਦਿਨ ਤੁਸੀਂ ਉਸੇ ਹੀ ਤਰੀਕੇ ਨਾਲ ਇਸ਼ਨਾਨ ਕਰਦੇ ਜੋ। ਤੁਸੀਂ ਕਿਤੇ ਬੈਲਟ ਬੰਨਦੇ ਜੋ ਨਾ, ਆਪਣੀ ਬੈਲਟ ਬੰਨ ਕੇ ਵੇਖੋ, ਨਾਲਾ ਬੰਨ ਕੇ ਵੇਖੋ, ਤੁਸੀਂ ਕੱਪੜੇ ਪਾਉਣ ਦਾ ਤਰੀਕਾ ਵੇਖੋ। ਤੁਹਾਡਾ ਤਰੀਕਾ ਜਿਹੜਾ ਵਾ ਉਹ ਪਹਿਲਾਂ ਕੀਤਾ ਹੋਇਆ ਪੱਕਾ ਹੋ ਚੁੱਕਾ। ਤੁਹਾਡੀ ਕੋਈ ਜੁੱਤੀ ਹੈ, ਤੁਹਾਡੀ ਚੱਪਲ ਹੈ, ਜਿੱਥੇ ਤੁਸੀਂ ਰੱਖਦੇ ਜੋ, ਜੇਕਰ ਉੱਥੋਂ ਕਿਸੇ ਨੇ ਅੱਗੇ ਪਿੱਛੇ ਕਰਤੀ ਤੇ ਵੇਖਿਓ ਘਰ 'ਚ ਕਿੰਨਾ ਰੌਲਾ ਪੈਂਦਾ। ਕਿਉਂ? ਕਿਉਂਕਿ ਆਦਤ ਪੈ ਚੁੱਕੀ ਹੈ ਕਿ ਉੱਥੇ ਮੇਰੀ ਚੀਜ਼ ਹੁੰਦੀ ਹੈ, ਹਾਂ ਨਾ ਜਾਂ ਕਿਸੇ ਨੇ ਅੱਗੇ ਪਿੱਛੇ ਕਿਉਂ ਕੀਤੀ। ਹੁਣ ਹਉਮੈ ਨੂੰ ਲੋਕੀ ਕਹਿੰਦੇ ਤੇ ਹੈਗੇ ਹਉਮੈ ਪ੍ਰਗਟ ਕਿੱਥੇ ਹੁੰਦੀ ਆ? ਹਉਮੈ ਪ੍ਰਗਟ ਹੁੰਦੀ ਹੈ ਜਦੋਂ ਤੁਸੀਂ ਕੋਈ ਕੰਮ ਕਿਹਾ ਤਾਂ ਅਗਲੇ ਨੇ ਨਹੀਂ ਕੀਤਾ, ਫਿਰ ਵੇਖਿਓ ਤੁਹਾਡੇ ਅੰਦਰ ਕਿੱਦਾਂ ਇੱਕਦਮ ਅਗਨੀ ਪ੍ਰਗਟ ਹੋ ਜਾਂਦੀ। ਤੁਹਾਡੀ ਹਉਮੈ ਨੂੰ, ਸੂਖਮ ਹਉਮੈ ਨੂੰ ਠੇਸ ਵੱਜ ਗਈ ਕਿਉਂਕਿ ਤੁਸੀਂ ਕਮਾਂਡ ਕੀਤੀ ਆ। ਹੁਣ ਤੇ ਜੇ ਬੰਦਾ ਤੁਹਾਡੇ ਤੇ ਡਿਪੈਂਡੈਂਟ ਹੈ, ਮੰਨ ਲਓ ਤਗੜੇ ਬੰਦੇ ਦੀ ਨਹੀਂ ਤੁਹਾਡੀ ਹਉਮੈ ਪ੍ਰਗਟ ਹੁੰਦੀ। ਤੁਹਾਡੀ ਹਉਮੈ ਉੱਥੇ ਪ੍ਰਗਟ ਹੁੰਦੀ ਹੈ ਜਿਹੜੇ ਤੁਹਾਡੇ ਉੱਪਰ ਨਿਰਭਰ ਨੇ, ਜਿਨ੍ਹਾਂ ਕੋਲ ਹੋਰ ਕੋਈ ਸੋਰਸ ਨਹੀਂ ਹੈਗਾ। ਤੇ ਫਿਰ ਜੇਕਰ ਉਹ ਹੁਕਮ ਦੀ ਪਾਲਣਾ ਨਹੀਂ ਕਰਦੇ ਤੇ ਤੁਹਾਡੇ ਅੰਦਰ ਕਾਫੀ ਜ਼ਿਆਦਾ ਹਲਚਲ ਪੈਦਾ ਹੋ ਜਾਂਦੀ ਹੈ। ਇੱਥੇ ਦੇ ਕੋਈ ਚੀਜ਼ ਸਮਝਾਈ ਹੈ ਕਿ ਜਿਹੜੀ ਚੰਗਿਆਈ ਹੈ ਬੰਦਾ ਹਮੇਸ਼ਾ ਹੀ ਉਹਨੂੰ ਟਾਲਦਾ ਹੈ। ਤੇ ਤੁਸੀਂ ਵੇਖੋ ਕਿਸੇ ਨੂੰ ਕਹੋ ਲੜਨ ਵਾਸਤੇ ਜਾਣਾ, 1 ਮਿੰਟ 'ਚ ਜਾਵੇਗਾ ਅਗਲਾ। ਹੋਰ ਸਾਰੇ ਚੰਗੇ ਕੰਮ ਛੱਡ ਦਿੰਦਾ ਹੈ ਤੇ ਬੁਰਾਈ ਵੱਲ ਇਨਸਾਨ ਬੜਾ ਭੱਜਦਾ ਹੈ। ਵਿਸ਼ੇ ਵਿਕਾਰਾਂ ਦੇ ਭੋਗ, ਰਾਤਾਂ ਨੂੰ ਆਵਾਜ਼ ਮਾਰ ਕੇ ਦੇਖ ਲਓ ਕਿੱਦਾਂ ਲੋਕ ਉੱਡੇ ਆਉਂਦੇ ਆ। ਤੁਸੀਂ ਕਿਸੇ ਨੂੰ ਕਹਿ ਦਿਓ ਕਿ ਫਲਾਨੀ ਜਗ੍ਹਾ ਤੇ ਗਾਣਾ ਲੱਗਣਾ ਹੈ, ਡਾਂਸ ਵਾਲੀ ਆਉਣੀ ਹੋ, ਵੇਖਿਓ ਬੰਦਾ ਕਿੱਦਾਂ ਪਹੁੰਚਦਾ। ਬੜੀ ਦੂਰ ਤੱਕ ਮੈਂ ਵੇਖਿਆ ਦੁਨੀਆ ਪਹੁੰਚ ਜਾਂਦੀ ਹੈ। ਇੰਨਾ ਭੋਗ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ। ਕਿਉਂ? ਉਹ ਬੰਦਾ ਮਜਬੂਰ ਹੈ, ਇੰਦਰੀਆਂ ਨੇ ਉਸ ਆਦਤਾਂ ਪਾ ਦਿੱਤੀਆਂ ਨੇ। ਹੁਣ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਵਾ ਉਹ ਵੀ ਆਦਤ ਤੋਂ ਮਜਬੂਰ ਹੈ, ਔਰ ਕੋਈ ਸਾਧਨ ਨਹੀਂ ਵਿੱਚ। ਉਹ ਫਿਰ ਇਸ ਕਰਕੇ ਵਿਚਾਰਾ ਭਟਕਦਾ ਫਿਰਦਾ। ਪਤਾ ਉਹਨੂੰ ਵੀ ਆ ਕਿ ਚੀਜ਼ ਬਹੁਤ ਮਾੜੀ ਆ, ਪਰ ਇੰਦਰੀਆਂ ਇੰਨੀਆਂ ਪਾਵਰਫੁਲ ਹੋ ਚੁੱਕੀਆਂ ਨੇ ਉਹਦੀ ਪੇਸ਼ ਨਹੀਂ ਚੱਲਦੀ, ਮਜਬੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇੱਕ ਸ਼ਰਾਬੀ ਜਾਂ ਕੋਈ ਨਸ਼ਾ ਕਰਨ ਵਾਲਾ ਜਾਂ ਕੋਈ ਹੋਰ ਕਿਸੇ ਔਗਣ ਦੇ ਕਾਰਨ ਪ੍ਰਭਾਵਿਤ ਹੈ, ਉਹ ਉਸ ਔਗਣ ਨੇ ਉਹਦੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਲਿਆ ਹੈ। ਹੁਣ ਉਸ ਬੰਦੇ ਦੇ ਵਾਸ ਦੀ ਗੱਲ ਨਹੀਂ, ਸੁਭਾਅ ਬਣ ਗਿਆ ਉਹਦਾ। ਬਹੁਤ ਮੁਸ਼ਕਲ ਹੈ, ਤੁਸੀਂ ਉਹਨੂੰ ਕਨਵਿੰਸ ਨਹੀਂ ਕਰ ਸਕਦੇ। ਉਹ ਬੰਦਾ ਮੰਨਦਾ ਹੀ ਨਹੀਂ ਆ। ਉਹ ਬੰਦਾ ਥੋੜੀ ਮੰਨਦਾ ਹੈ ਕਿ ਮੇਰੇ 'ਚ ਕਸੂਰ ਹੈ। ਉਹ ਕਹਿੰਦਾ ਮੈਂ ਬਿਲਕੁਲ ਸਹੀ ਹਾਂ, ਕਿਉਂਕਿ ਉਹਦੇ ਅੰਦਰ ਉਹ ਸਾਰੀ ਚੀਜ਼ ਉਹਦੀ એનર્ਜੀ ਨੂੰ ਸਪੋਰਟ ਕਰਦੀ, ਪਰ ਰਿਐਲਿਟੀ ਦਾ ਉਹਨੂੰ ਪਤਾ ਨਹੀਂ ਹੈ। ਇੱਕ ਗੱਲ ਤੇ ਹੈ। ਹੁਣ ਇੱਥੇ ਇੱਕ ਕੰਮ ਹੋ ਸਕਦਾ ਹੈ, ਉਸ ਬੰਦੇ ਦੇ ਨਾਲ ਜੇ ਤੁਸੀਂ ਜੀਵਨ ਬਤੀਤ ਕਰੋਗੇ ਨਾ ਤਾਂ ਤੁਹਾਨੂੰ ਬਹੁਤ ਪਰੇਸ਼ਾਨੀ ਆਉਣੀ, ਕਿਉਂਕਿ ਬਚਪਨ ਦੇ ਵਿੱਚ ਉਹਦੀਆਂ ਜੜ੍ਹਾਂ ਗਈਆਂ ਨੇ। ਬਚਪਨ 'ਚ ਉਸ ਬੰਦੇ ਦੀ ਜਿੱਦਾਂ ਦੀ ਪਰਵਰਿਸ਼ ਕੀਤੀ ਗਈ ਹੈ ਨਾ, ਉਸੇ ਹੀ ਤਰ੍ਹਾਂ ਦੇ ਸੰਸਕਾਰ ਜਿਹੜੇ ਆ ਉਹਦੇ ਪੱਕ ਗਏ ਨੇ। ਹੁਣ ਜਦੋਂ ਪੱਕ ਗਏ ਨੇ ਤੇ ਉਹ ਕੀ ਕਰਦਾ ਹੈ, ਉਹ ਪੱਕੇ ਸੰਸਕਾਰਾਂ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ। ਤੁਸੀਂ ਭਾਵੇਂ ਜੋ ਮਰਜ਼ੀ ਕਹਿ ਲਓ ਕਿ ਇਹਨੂੰ ਸਮਝਾਓ ਕਿ ਬਈ ਆਹ ਕੰਮ ਨਾ ਕਰ, ਉਸ ਬੰਦੇ ਨੇ ਉਹੀ ਕੰਮ ਕਰਨਾ। ਕੀ ਮਜਾਲ ਹੈ ਬੰਦਾ ਅੱਗੇ ਪਿੱਛੇ ਹੋ ਜਾਏ। ਮੈਂ ਤੇ ਕੋਸ਼ਿਸ਼ ਕਰਕੇ ਵੇਖਿਆ, ਮੈਂ ਫੇਲ ਹੋ ਗਿਆ। ਅਗਲਾ ਜਿੱਤ ਜਾਂਦਾ ਹੈ, ਅਗਲਾ ਛੱਡਦਾ ਆਪਣਾ ਸੁਭਾਅ ਦਾ ਤਿਆਗ ਕਰਦਾ ਹੈ। ਉਹ ਨਹੀਂ, ਉਹ ਕਹਿੰਦਾ ਹਾਂ ਨਾ ਜਾਂ ਜਿੱਦਾਂ ਮੈਂ ਕਹਿੰਦਾ ਓਦਾਂ ਹੀ ਕੰਮ ਹੋ। ਸੋ ਇਹ ਬੰਦੇ ਦਾ ਸੁਭਾਅ ਹੁੰਦਾ ਹੈ, ਠੀਕ ਹੈ। ਤੇ ਕੋਸ਼ਿਸ਼ ਕਰਿਆ ਕਰੋ ਜਿਹੜੀ ਮਾੜੀ ਚੀਜ਼ ਹੁੰਦੀ ਆ ਉਹਨੂੰ ਕੱਲ ਤੇ ਪਾ ਦਿਓ, ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਅੱਜ ਤੇ ਪਾ ਦਿਓ। ਕਿਉਂਕਿ ਆਪਾਂ ਕੀ ਕਰਦੇ ਆ ਕਿ ਮਾੜੀ ਚੀਜ਼ ਨੂੰ ਅੱਜ ਕਰ ਲੈਂਦੇ ਆ ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਆਪਾਂ ਕੱਲ ਤੇ ਕਰਦੇ ਆ। ਇਹਦੇ ਵਿੱਚ ਧਿਆਨ ਸਿਮਰਨ ਵੀ ਆਉਂਦਾ ਹੈ। ਜ਼ਿਆਦਾਤਰ ਲੋਕਾਂ ਨੇ ਧਿਆਨ ਸਿਮਰਨ ਨੂੰ ਏਦਾਂ ਕਹਿ ਦਿੱਤਾ ਕਿ ਜਦੋਂ ਬੰਦਾ ਬੁੱਢਾ ਹੁੰਦਾ ਨਾ ਉਦੋਂ ਭਗਤੀ ਕਰੋ। ਉਹ ਬਾਬਾ ਉਦੋਂ ਫਾਇਦਾ ਕੀ ਹੋਇਆ, ਜ਼ਿੰਦਗੀ ਤੇ ਲੰਘ ਗਈ। ਜਿਹੜਾ ਸੁੱਖ ਲੈਣਾ ਸੀ, ਜਿਹੜਾ ਆਨੰਦ ਲੈਣਾ ਸੀ, ਬੁਢਾਪੇ 'ਚ ਵੀ ਠੀਕ ਹੈ। ਮੈਂ ਨਹੀਂ ਕਹਿੰਦਾ ਕਿ ਚਲੋ ਜਾਂਦੇ ਚੋਰ ਦੀ ਲੰਗੋਟੀ ਸਹੀ, ਚਲੋ ਆਤਮਾ ਗਿਆਨ ਪ੍ਰਾਪਤ ਕਰਕੇ ਬੰਦਾ ਮੁਕਤ ਹੋ ਜਾਊ। ਪਰ ਮੈਂ ਕਹਿੰਦਾ ਕਿ ਜਿਹੜੀ ਅਵਸਥਾ ਜੋ ਸੁੱਖ ਲੈਣਾ ਸੀ, ਪਰਮ ਆਨੰਦ, ਪਰਮ ਸ਼ਾਂਤੀ, ਉਹਦੇ
ਉਹ ਤੇ ਸਾਰਾ ਜੀਵਨ ਦੀ ਇੱਕ ਆਪਣੀ ਫ੍ਰੀ ਦੀ ਗੇਮ ਹੈ ਤੇ ਆਪਾਂ ਉਹਨੂੰ ਛੱਡ ਕੇ ਤੇ ਮੈਂ ਦੁੱਖਾਂ ਦੇ ਪਿੱਛੇ ਭਟਕਦੇ ਰਹਿੰਦੇ ਆ। ਆਖਰ ਦੇ ਵਿੱਚ ਬੰਦਾ ਨਿਰਾਸ਼ ਹੋ ਜਾਂਦਾ ਕਿ ਭੱਜਿਆ ਵੀ ਬਹੁਤ, ਮੈਂ ਦੌੜ ਬਹੁਤ ਕੀਤੀ, ਹੱਥ 'ਚ ਨਹੀਂ ਕੁਛ ਆਇਆ, ਬਿਲਕੁਲ ਹੀ ਕੁਛ ਨਹੀਂ ਹੈ। ਸੰਸਾਰ ਤੋਂ ਜਦੋਂ ਇਨਸਾਨ ਜਾਂਦਾ ਹੈ ਤਾਂ ਬੜਾ ਨਿਰਾਸ਼ ਹੋ ਕੇ ਜਾਂਦਾ ਹੈ, ਜੇਕਰ ਉਹਨੂੰ ਆਤਮ ਗਿਆਨ ਨਹੀਂ ਪ੍ਰਾਪਤ ਹੋਇਆ। ਹਾਂ, ਜੇ ਆਤਮ ਗਿਆਨ ਪ੍ਰਾਪਤ ਹੋਇਆ ਤਾਂ ਫਿਰ ਤੇ ਖੁਸ਼ੀ ਹੈ, ਉਹਨੂੰ ਪਤਾ ਮੇਰੇ ਹੱਥ 'ਚ ਹੈਗਾ। ਇਹ ਬੁਰਾਈ ਜਿਹੜੀ ਹੁੰਦੀ ਆ, ਬੁਰਾਈ ਨੂੰ ਹਮੇਸ਼ਾ ਹੀ ਆਪਾਂ ਕਰਨ ਲਈ ਸ਼ੇਰ ਹੁੰਦੇ ਆ। ਬਾਣੀ 'ਚ ਵੇਖੋ ਗੁਰੂਆਂ ਨੇ ਕਿੱਡਾ ਸੋਹਣਾ ਸਮਝਾਇਆ। ਉਹ ਕਹਿੰਦੇ ਕਿ ਤੂੰ ਜਦੋਂ ਮਾੜਾ ਕੰਮ ਕਰਨਾ ਸ਼ੇਰ ਬਣ ਜਾਂਦਾ, ਸ਼ੇਰ ਬੱਗਾ ਬਣ ਜਾਂਦਾ, ਤੇ ਜਦੋਂ ਤੂੰ ਕੰਮ ਕਰਨਾ ਹੋਵੇ ਕੋਈ ਭਗਤੀ ਦਾ, ਕੋਈ ਵਧੀਆ ਕੰਮ, ਤੇ ਫਿਰ ਤੇ ਤੂੰ ਇੱਕਦਮ ਇਸ ਦੇ ਉਲਟ ਹੋ ਜਾਂਦਾ। ਇਹ ਚੀਜ਼ ਨੂੰ ਤੂੰ ਪੋਸਟਪੋਨ ਕਰਦਾ ਹੈ, ਕੱਲ ਕਰੂੰ। ਤੈਨੂੰ ਵੀ ਪਤਾ ਹੈ, ਇਹ ਨਹੀਂ ਕਹਿੰਦਾ ਮੈਂ ਨਹੀਂ ਕਰਨਾ। ਤੁਹਾਡਾ ਜਿਹੜਾ ਮਨ ਹੈ ਨਾ, ਮਨ ਕਦੇ ਨਹੀਂ ਕਹਿੰਦਾ ਨਹੀਂ ਕਰਨਾ, ਇਹ ਕਹਿੰਦਾ ਕਿ ਅੱਜ ਨਹੀਂ ਕਰਨਾ, ਬਸ ਕੱਲ ਕਰਾਂਗਾ। ਇਹ ਵੀ ਪਤਾ ਕਿ ਕੱਲ ਤੇ ਆਉਣਾ ਵੀ ਨਹੀਂ। ਹੁਣ ਵੇਖੋ ਜਿਹੜੇ ਬੰਦੇ ਮੋਟੇ ਹੁੰਦੇ ਆ ਉਹ ਕਿਉਂ ਨਹੀਂ ਪਤਲੇ ਹੋ ਜਾਂਦੇ? ਕਿਉਂਕਿ ਥੋੜਾ ਜਿਹਾ ਨਾ ਵਾਕ ਤੇ ਜਾਣਾ ਤੇ ਮਨ ਉਹਨਾਂ ਦੇ ਨੇ ਕਹਿਣਾ ਹੈ ਕਿ ਛੱਡ ਕਢਾਈ ਯਾਰ, ਬਹਿ ਜਾ, ਕੱਲ ਵਾਕ ਕਰਾਂਗਾ। ਵੇਖੋ ਉਹਦਾ ਮਨ ਕਿੱਡਾ ਤੇਜ਼ ਹੈ। ਮੈਂ ਇੱਥੇ ਨਹਿਰ ਤੇ ਜਾਂਦਾ ਤੇ ਇੱਕ ਮੋਟਾ ਜਿਹਾ ਵਾ ਮੋਟਾ, ਘਰ ਦੇ ਗਾਲਾ ਗੂਲਾ ਕੱਢ ਦੇਣੇ ਉਹਨੂੰ, ਹਾਰ ਕੇ ਆ ਜਾਂਦਾ ਉੱਥੇ ਆ ਕੇ ਦੇ ਮੋਬਾਈਲ ਤੇ ਉਂਗਲਾਂ, ਵਾਕ ਨਹੀਂ ਕਰਦਾ। ਬਸ ਆ ਕੇ ਉੱਥੇ ਉਹਦੇ ਘਰ ਦੇ ਉਹਨੂੰ ਜਲੀਲ ਕਰਦੇ ਹੋਣੇ ਆ, ਮਾੜਾ ਚੰਗਾ ਬੋਲਦੇ ਨੇ ਕਿ ਸ਼ਾਇਦ ਇਹਦੀ ਜਿਹੜੀ ਅਣਖ ਪ੍ਰਗਟ ਹੋ ਜੇ। ਬਹੁਤ ਜ਼ਿਆਦਾ ਮੇਰੇ ਸਾਹਮਣੇ 1 ਕੁਇੰਟਲ ਕਿ 1.5 ਕੁਇੰਟਲ ਵਜਨ ਹੋਣਾ ਮੁੰਡੇ ਦਾ, ਉਮਰ ਥੋੜੀ, ਉੱਥੇ ਆ ਕੇ ਬੈਠਾ ਰਹਿੰਦਾ, ਘੰਟਾ ਅੱਧਾ ਘੰਟਾ ਬਹਿ ਕੇ ਮੁੜ ਕੇ ਮਾਰਦਾ ਮੋਟਰਸਾਈਕਲ ਤੇ ਕਿੱਕ ਤੇ ਘਰ ਚੱਲ ਜਾਂਦਾ। ਕਿਉਂ? ਕਿਉਂਕਿ ਉਹਦਾ ਮਨ ਬਹੁਤ ਸਟਰੋਂਗ ਹੋ ਚੁੱਕਿਆ, ਉਹਦਾ ਸੁਭਾਅ ਬਣ ਚੁੱਕਿਆ। ਛੋਟੇ ਹੁੰਦੇ ਤੋਂ ਇਹਨੂੰ ਕਿਸੇ ਨੇ ਦੱਸਿਆ ਨਹੀਂ ਕਿ ਪੁੱਤ ਵਾਕ ਕਰਨੀ ਹੈ, ਸਰੀਰ ਤੇ ਜ਼ਿਆਦਾ ਲੋੜ ਤੋਂ ਜ਼ਿਆਦਾ ਚੰਮ ਚੜ ਗਿਆ। ਹੁਣ ਉਹ ਚੰਮ ਕੀ ਕਰਦਾ ਹੈ? ਮੈਂ ਉਧਰ ਪੜ੍ਹਦਾ ਪਿਆ ਸਾਂ ਕਿ ਤੁਹਾਡੇ ਅੰਦਰ ਜਿੱਦਾਂ ਚਾਹ ਨਹੀਂ ਤੁਸੀਂ ਪੀਂਦੇ, ਚਾਹ ਪੀਂਦੇ, ਕੌਫੀ ਪੀਂਦੇ, ਕੋਈ ਸ਼ਰਾਬ ਪੀਂਦਾ ਹੈ ਜਾਂ ਕੋਈ ਹੋਰ ਐਬ ਜਾਂ ਔਗਣ, ਕੀ ਕਰਦਾ ਕਿ ਸਾਡੇ ਅੰਦਰ ਨਾ ਇੰਜੋਏ ਵਾਲੇ ਨਾ ਅੰਦਰ ਕੀੜੇ ਪੈਦਾ ਹੋ ਜਾਂਦੇ। ਸਾਡੇ ਅੰਦਰ ਕੀੜੇ ਕਹਿ ਲਓ, ਕੋਈ ਚੀਜ਼ ਤੇ ਜਿੰਦਾ ਹੀ ਹੈ, ਸਾਰਾ ਕੁਛ ਅੰਦਰ ਕੀੜੇ ਹੀ ਕਹਿ ਲਓ। ਹੁਣ ਇਹ ਜਿਹੜਾ ਸ਼ਰਾਬ ਪੀਂਦੇ ਆ, ਚਾਹ ਪੀਂਦੇ ਆ ਆਪਾਂ ਬਾਰ-ਬਾਰ, ਸਾਨੂੰ ਚੰਗਾ ਲੱਗਦਾ ਕਿਉਂਕਿ ਜਦੋਂ ਵੀ ਆਪਾਂ ਉਹ ਚੀਜ਼ ਕਰਦੇ ਆ ਤੇ ਸਾਡੇ ਉਹ ਜਿਹੜਾ ਹਿੱਸਾ ਹੈ ਦਿਮਾਗ ਦਾ, ਉਹ ਸਟਿਮੂਲੇਟ ਹੁੰਦਾ, ਉਹਦੇ ਨਾਲ ਸਾਨੂੰ ਚੰਗਾ ਫੀਲ ਹੁੰਦਾ, ਗੁੱਡ ਫੀਲ ਹੁੰਦਾ। ਵੇਖਿਆ ਨੀ ਚਾਹ, ਹੁਣ ਚਾਹ ਤੇ ਅਸੀਂ ਵੈਸੇ ਸਵੇਰੇ ਇੱਕ ਵਾਰੀ ਪੀਂਦੇ ਹਾਂ, ਮੁੜ ਕੇ ਚਾਹ ਪੀਦੀ ਨਹੀਂ, ਉਹ ਵੀ ਕੋਈ ਜ਼ਰੂਰੀ ਨਹੀਂ, ਨਹੀਂ ਵੀ ਪੀਤੇ ਕੋਈ ਗੱਲ ਨਹੀਂ, ਪਰ ਕਈਆਂ ਲੋਕਾਂ ਨੂੰ ਚਾਹ ਮਿਲਣੀ ਬਹੁਤ ਜ਼ਰੂਰੀ ਹੈ। ਨਹੀਂ ਮਿਲਣਗੇ ਤੇ ਉਹ ਨਹੀਂ, ਉਹਨਾਂ ਦਾ ਜੀਵਨ ਬੜਾ ਔਖਾ ਹੋ ਜਾਊਗਾ, ਉਹਨਾਂ ਨੂੰ ਬਾਸੀਆਂ ਹੀ ਆਈ ਜਾਣਗੀਆਂ ਜਾਂ ਕੋਈ ਹੋਰ ਚੀਜ਼ ਕਹਿ ਲਓ, ਕਿਉਂਕਿ ਉਹ ਇੰਦਰੀਆਂ ਦੇ ਗੁਲਾਮ ਨੇ। ਇੰਦਰੀਆਂ ਬਹੁਤ ਪਾਵਰਫੁਲ ਹੈ, ਉਹਨਾਂ ਤੋਂ ਐਸੇ ਉਲਟੇ ਪੁਲਟੇ ਕੰਮ ਕਰਾ ਸਕਦੀਆਂ। ਸੋ ਇਸ ਕਰਕੇ ਮਾਲਕ ਬਣੋ ਜੀ ਆਪਣੇ। ਫਿਰ ਅਗਲੇ ਬੰਨੇ ਨਾਨਕ ਸਾਹਿਬ ਦੀ ਤੋਕਾਰੀ, ਕਹਿੰਦੇ ਨਾਨਕ ਅੱਜ ਕੱਲ ਆਵਸੀ ਕਾਫਲ ਫਾਹੇ ਢੇਰ। ਤੇ ਵੇਖੋ ਜਦੋਂ ਬੰਦਾ ਆਪਣਾ ਕੰਮ ਹੀ ਨਹੀਂ ਕਰਦਾ, ਹੁਣ ਇੱਥੇ ਮੈਂ ਹਾਂ, ਕੋਈ ਕੰਮ ਹੀ ਨਹੀਂ ਕਰਨਾ, ਵਿਹਲੇ ਬੈਠੇ ਰਹਿਣਾ, ਆਪਣਾ ਸਮਾਂ ਪਾਸ ਕਰੀ ਜਾਣਾ, ਟਾਈਮ ਪਾਸ ਕਰੀ ਜਾਣਾ, ਤੇ ਇੱਕ ਸਮਾਂ ਆਉਣਾ ਸਮਾਂ ਖਤਮ ਹੋ ਜਾਣਾ, ਕਿਉਂਕਿ ਲਿਮਟਿਡ ਹੈ ਟਾਈਮ। ਤੇ ਕੰਮ ਜਿਹੜਾ ਹੁਣ ਤੁਹਾਨੂੰ ਪਤਾ, ਜਿਹੜਾ ਕੰਮ ਟਾਈਮ 'ਚ ਹੋਣਾ ਤੇ ਉਹ ਟਾਈਮ ਤੇ ਲੱਗਣਾ ਹੀ ਲੱਗਣਾ। ਇਹ ਸ਼ੂ ਮੰਤਰ ਤਾਂ ਹੈ ਨਹੀਂ, ਇਹ ਕੋਈ ਰਾਜਾ ਜਨਕ ਥੋੜੀ ਹੈਗਾ ਕਿ ਰਕਾਬ ਦੇ ਵਿੱਚ ਪੈਰ ਰੱਖਣ ਦੇ ਨਾਲ ਉਹਨੂੰ ਗਿਆਨ ਪ੍ਰਾਪਤ ਹੋ ਗਿਆ, ਹਨਾ। ਆਪਾਂ ਤੇ ਸਧਾਰਨ ਬੰਦੇ ਆ, ਉਹ ਤੇ ਕਹਾਣੀਆਂ ਹੈਗੀਆਂ ਨੇ, ਕਲਪਨੀ ਕਹਾਣੀਆਂ, ਕੋਈ ਗੱਲਾਂ ਪਤਾ ਜੋੜੀਆਂ, ਤੇ ਗਿਆਨ ਤੇ ਇੱਕਦਮ ਤੇ ਕਿਸੇ ਨੂੰ ਮਿਲਦਾ ਨਹੀਂ ਜੀ। ਉਹਦੇ ਲਈ ਭਗਤੀ ਆ। ਭਗਤੀ ਦੇ ਲਈ ਤੁਹਾਨੂੰ ਵੇਖੋ ਗੁਰੂਆਂ ਨੇ ਕਿੰਨੇ ਸਾਲ ਭਗਤੀਆਂ ਕੀਤੀਆਂ। ਸਾਰੇ ਗੁਰੂਆਂ ਦੇ ਇਤਿਹਾਸ ਪੜ੍ਹੋ, ਲੰਮੀ ਚੌੜੀ ਜ਼ਿੰਦਗੀ ਉਹਨਾਂ ਨੇ ਇਸ ਸਮੇਂ ਤੇ ਲਾਈ ਹੈ। ਤੇ ਤੁਸੀਂ ਵੀ ਆਪਣਾ ਜੀਵਨ ਵੇਖੋ, ਕਿੰਨੇ ਸਾਲਾਂ ਤੋਂ ਤੁਸੀਂ ਖੋਜ ਕਰ ਰਹੇ ਜੋ, ਤੇ ਹੁਣ ਆ ਕੇ ਥੋੜੀ ਜਿਹੀ ਸੰਗਤ ਮਿਲੀ ਹੈ ਅਵਸਥਾ ਦੇ ਵਿੱਚ ਪਹੁੰਚਣ ਦੇ ਲਈ, ਉਧਰ ਗਤੀ ਕਰਨ ਦੇ ਲਈ। ਹਾਂਜੀ, ਆਪ ਅੱਗੇ ਬੋਲੋ ਵੀਰ ਜੀ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਵੀਰ ਜੀ। ਉਹ ਗਾਫਲ ਦੱਸ ਰਹੇ ਨੇ ਸਾਨੂੰ, ਕਹਿੰਦੇ ਵੀ ਤੁਸੀਂ ਇਹ ਕਿਹੜੇ, ਕਹਿੰਦੇ ਤੇਰੇ ਪੈਰ ਆ ਜਿਹੜਾ ਤੇਰਾ ਉਹ ਦੱਬ ਲੈਣਾ ਉਹਨੇ, ਜਿਹੜੇ ਮੌਤ ਦੇ ਫਰਿਸ਼ਤੇ ਨੇ ਆ ਕੇ। ਉਹ ਅੱਜ ਕੱਲ ਦੀ ਖੇਡ ਹੀ ਹੈ। ਤੇ ਉਹ ਬਾਕੀ ਤੁਸੀਂ ਜੋ ਕਹਿ ਰਹੇ ਹੋ ਉਹ ਵੀ ਗੱਲ ਠੀਕ ਹੈ ਕਿ ਵੀ ਉਹ ਤੁਸੀਂ ਦੇਖੋ ਕੰਮ ਜਿਹੜਾ ਕਰੀ ਜਾਂਦੇ ਆ, ਕ੍ਰੋਧ ਕੀਤਾ, ਬਾਅਦ ਚ ਕੀ ਹੋਇਆ, ਐਂਡ ਰਿਜ਼ਲਟ ਪਛਤਾਵਾ, ਤੇ ਪਛਤਾਵੇ ਚ ਕੀ ਹੋਇਆ, ਤੇ ਫਿਰ ਕਿਵੇਂ ਕ੍ਰੋਧ ਆ ਜਾਂਦਾ? ਤੇ ਇਹਦਾ ਮਤਲਬ ਅਗਲੇ ਕ੍ਰੋਧ ਦੀ ਤਿਆਰੀ, ਹੋਰ ਤਾਂ ਕੁਛ ਨਹੀਂ ਹੈ। ਤੇ ਉਹ ਸੰਸਕਾਰ ਤੇ ਆਦਤਾਂ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਚ ਵੀ ਇਹੀ ਹੈ ਕਿ ਅਸੀਂ ਤੁਰੇ ਜਾਂਦੇ ਹਾਂ। ਜਿੱਥੇ ਬੇਹੋਸ਼ੀ ਜੀ ਤੁਸੀਂ ਦੱਸਦੇ ਹੁੰਦੇ ਜਿੱਦਾਂ ਕਿ ਵੀ ਜਿਹੜੇ ਰਸਤੇ ਜਾਂਦੇ ਆ ਉਹ ਬੇਹੋਸ਼ੀ ਜੀ ਉਸੇ ਰਸਤੇ ਤੁਰਿਆ ਜਾਂਦਾ, ਧਿਆਨ ਕਿਤੇ ਹੋਰ ਹੈ, ਉਹ ਤੁਰਿਆ ਜਾ ਰਿਹਾ ਬਸ, ਉਹਨੂੰ ਕੋਈ ਕੋਈ ਪਰਵਾਹ ਹੀ ਨਹੀਂ ਆਸੇ ਪਾਸੇ ਕੀ ਹੋ ਰਿਹਾ, ਮਤਲਬ ਕੁਛ ਨੇੜੇ ਉਹਦੇ ਕੀ ਵਾਪਰ ਰਿਹਾ, ਕੀ ਕੁਛ ਚੀਜ਼ਾਂ ਹੋ ਰਹੀਆਂ ਨਾ, ਉਹ ਬੇਹੋਸ਼ੀ ਚ ਤੁਰਿਆ ਜਾ ਰਿਹਾ।
ਆਪਣੇ ਆਪ ਸ਼ਾਮ ਨੂੰ ਘਰ ਆ ਜਾਂਦੇ, ਬਾਅਦ ਚ ਪਤਾ ਵੀ ਨਹੀਂ ਲੱਗਦਾ ਮੈਂ ਕਦੋਂ ਘਰ ਆ ਗਿਆ, ਕਿੱਧਰ ਦੀ ਆਇਆ ਮੈਂ, ਬਸ ਆ ਗਿਆ ਬਸ। ਹਾਂ ਹੁਣ ਮੈਂ ਆਪਣੇ ਮੁੰਡੇ ਨੂੰ ਨਾ ਬਾਜ਼ਾਰ ਭੇਜਿਆ, ਮੈਂ ਪੁੱਤ ਜਾ ਚੀਜ਼ ਲੈ ਕੇ ਆ, ਤੇ ਮੈਨੂੰ ਕਹਿੰਦਾ ਪਾਪਾ ਦੁਕਾਨ ਕਿੱਥੇ ਆ? ਮੈਂ ਬੇਟਾ ਦੇਖ ਹੁਣ ਤੂੰ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੱਕ 10 ਕਿਲੋਮੀਟਰ ਦੀ ਸੜਕ ਹੈ, ਜਿਸ ਸੜਕ ਤੇ ਤੂੰ ਹਰ ਟਾਈਮ 2 ਵਾਰੀ ਲੰਘਦਾ, ਸਵੇਰੇ ਵੀ ਜਾਣਾ ਤੇ ਸ਼ਾਮ ਨੂੰ ਵੀ ਆਉਣਾ, ਤੇ ਜੇ ਪੁੱਤ ਤੂੰ ਧਿਆਨ ਦੇ ਨਾਲ ਦੁਕਾਨਾਂ ਵੇਖੀਆਂ ਹੋਣਾ ਤੇ ਤੈਨੂੰ ਇਹ ਸਵਾਲ ਮੇਰੇ ਤੋਂ ਪੁੱਛਣ ਦੀ ਲੋੜ ਨਹੀਂ ਸੀ। ਇਹਦਾ ਮਤਲਬ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਆ ਕਿ ਅਸੀਂ ਬਾਹਰ ਦੇਖਣਾ ਹੈ। ਹੁਣ ਇੱਕ ਡਰਾਈਵਰ ਕਿੱਦਾਂ ਗੱਡੀ ਮੋੜਦਾ ਹੈ, ਕਿੱਦਾਂ ਟ੍ਰੈਫਿਕ ਸਿਚੁਏਸ਼ਨ ਹੈ, ਕਿੱਦਾਂ ਸੜਕ ਤੇ ਗੱਡੀ ਚਲਾਈ ਦੀ ਹੈ, ਮਤਲਬ ਰਸਤਾ ਕਿੱਦਾਂ ਦਾ ਹੈ, ਕਿਹੜਾ ਤਰੀਕਾ ਹੈ, ਕਿੱਥੋਂ ਮੁੜਨਾ ਹੈ, ਕਿੱਥੋਂ ਨਹੀਂ ਮੁੜਨਾ, ਪਰ ਕਿਹੜੀ ਦੁਕਾਨ ਹੈ ਰਾਹ ਚ ਆਉਂਦੀ ਉਹਨੇ ਕਿਤੇ ਧਿਆਨ ਨਹੀਂ ਦਿੱਤਾ। ਜਦ ਕਿ ਬੱਸ ਦੇ ਵਿੱਚ ਤੇ ਬਹੁਤ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ, ਹਾਂ ਜਿਹੜਾ ਡਰਾਈਵਰ ਹੁੰਦਾ ਉਹਨੂੰ ਤੇ ਨਾ ਪਤਾ ਲੱਗੂ, ਪਰ ਜਿਹੜਾ ਵਿੱਚ ਬੈਠਾ ਜਿਹਨੇ ਕੁਛ ਨਹੀਂ ਕਰਨਾ ਉਹ ਆਪਣੀ ਇਨਫੋਰਮੇਸ਼ਨ ਨੂੰ ਵਧਾ ਸਕਦਾ। ਪਰ ਵੇਖ ਲਓ ਬੱਚੇ ਨਹੀਂ ਧਿਆਨ ਦਿੰਦੇ। ਤੇ ਹੁਣ ਅੱਜ ਉਹਨੂੰ ਮੈਂ ਝਿੜਕੰਦਿਆ ਸਾਂ, ਮੈਂ ਪੁੱਤ ਤੂੰ ਪਤਾ ਨਹੀਂ ਕਿੰਨੀ ਵਾਰੀ ਉੱਥੋਂ ਲੰਘਿਆ ਤੇ ਤੈਨੂੰ ਉਹ ਚੀਜ਼ ਦਾ ਪਤਾ ਨਹੀਂ। ਇਹੋ ਹਿਸਾਬ ਸਾਡਾ ਹੈ, ਅਸੀਂ ਵੀ ਸੁੱਤਿਆਂ ਹੀ ਆਪਣਾ ਜੀਵਨ ਬਤੀਤ ਕਰਦੇ ਹਾਂ, ਹੋਸ਼ ਚ ਨਹੀਂ ਹੈਗੇ ਆਪਾਂ। ਤੁਸੀਂ ਇਹ ਦੇਖੋ, ਲੋਕੀ ਮੋਬਾਈਲ ਨਹੀਂ ਲੱਭਦੇ ਫਿਰਦੇ, ਮੋਬਾਈਲ ਕਿੱਥੇ ਗਿਆ, ਮੇਰਾ ਪਰਸ ਕਿੱਥੇ ਗਿਆ, ਮੇਰੀ ਫਲਾਨੀ ਚੀਜ਼ ਕਿੱਥੇ ਗਈ, ਲੱਭਦੇ ਫਿਰਦੇ ਆ। ਕਹਿੰਦੇ ਨਹੀਂ ਸੀ ਇੱਕ ਬੰਦੇ ਨੇ ਮੋਢੇ ਤੇ ਰੱਖੀ ਸੀ ਬਨੈਣ ਤੇ, ਕਹਿੰਦੇ ਕੁੱਛੜ ਕੁੜੀ ਤੇ ਸ਼ਿਕਾਇਤ ਢੰਡੋਰਾ। ਮੈਂ ਛੋਟਾ ਦਾ ਕਿਤਾਬ ਚ ਪੜ੍ਹਦਾ ਸਾਂ, ਇਹ ਗੱਲ ਬਿਲਕੁਲ ਸੱਚ ਆ। ਆਪਾਂ ਕਈ ਵਾਰੀ ਚੀਜ਼ ਰੱਖ ਕੇ ਮੁੜ ਕੇ ਭੁੱਲ ਜਾਂਦੇ ਆ। ਇਹਦਾ ਕਾਰਨ ਕੀ ਹੈ, ਕਿਉਂ ਭੁੱਲ ਗਏ? ਕਿਉਂਕਿ ਆਪਾਂ ਉੱਥੇ ਹੈਗੇ ਨਹੀਂ ਆ, ਬੇਹੋਸ਼। ਤੁਹਾਨੂੰ ਕੇਵਲ ਸਡਨ ਚੀਜ਼ਾਂ ਯਾਦ ਰਹਿਣੀਆਂ, ਬਾਕੀ ਜਿੰਨਾ ਚੀਜ਼ਾਂ ਦਾ ਤੁਸੀਂ ਧਿਆਨ ਨਹੀਂ ਦਿੱਤਾ ਉਹ ਚੀਜ਼ਾਂ ਤੁਸੀਂ ਲੱਭਦੇ ਫਿਰਨਾ। ਮੁੜ ਕੇ ਬੈਲ ਮਾਰਦੇ ਬੰਦੇ, ਮੈਂ ਕਈ ਵੇਖਿਆ ਫੋਨ ਤੇ ਬੈਲ ਮਾਰਦੇ ਆ ਕਿ ਮੋਬਾਈਲ ਸਾਡਾ ਲੱਭ ਜੇ, ਤੇ ਫਿਰ ਬੈਲ ਮਾਰ ਕੇ ਮੋਬਾਈਲ ਨੂੰ ਲੱਭਣਾ ਪੈਂਦਾ। ਇਹਦਾ ਮਤਲਬ ਕਿ ਉਹ ਬੰਦੇ ਨੇ ਜਿਹਨੇ ਮੋਬਾਈਲ ਲਾਸਟ ਟਾਈਮ ਤੇ ਯੂਜ਼ ਕਰਕੇ ਰੱਖਿਆ ਉਹਨੂੰ ਪਤਾ ਹੀ ਨਹੀਂ ਉਹ ਕਿੱਥੇ ਰੱਖ ਗਿਆ। ਆਪ ਜਸਟ ਸੋਚੋ ਕਿ ਵਿਚਾਰਾਂ ਦਾ ਕਿੰਨਾ ਵੱਡਾ ਮਾਇਆ ਜਾਲ ਹੈ ਬੰਦੇ ਦੇ ਅੰਦਰ, ਬੰਦੇ ਨੂੰ ਪਤਾ ਨਹੀਂ ਲੱਗਦਾ। ਕਈ ਬੰਦੇ ਤੇ ਵੇਖੋ ਗੱਲਾਂ ਅੱਜ ਗੱਲ ਤੁਹਾਡੇ ਨਾਲ ਕਰਨ ਤੇ ਦੂਜੇ ਦਿਨ ਫਿਰ ਉਹ ਪੁਰਾਣੀ ਗੱਲ ਹੀ ਤੁਹਾਨੂੰ ਸੁਣਾਉਣ ਡੈ ਪੈਣਗੇ, ਔਰ ਤੁਹਾਨੂੰ ਉਸ ਬੰਦੇ ਨੇ ਕਈ ਵਾਰੀ ਗੱਲ ਸੁਣਾਈ ਹੋਣੀ ਹੈ। ਆਪ ਜਸਟ ਸੋਚੋ ਕਿ ਉਸ ਵਿਚਾਰੇ ਨੂੰ ਪਤਾ ਨਹੀਂ ਲੱਗਣ ਦਿਆ ਮੈਂ ਗੱਲਾਂ ਪੁਰਾਣੀਆਂ ਸੁਣਾਈ ਜਾਂਦੇ ਹਾਂ। ਮੇਰੇ ਨਾਲ ਮੇਰੇ ਕਈ ਫਰੈਂਡ ਸਰਕਲ ਚ ਹੈਗੇ ਨੇ, ਉਹ ਗੱਲਾਂ ਮੇਰੇ ਨਾਲ ਕਰਦੇ ਨੇ 2-4 ਪੁਰਾਣੀਆਂ। ਮੈਂ ਫਿਰ ਸੋਚਦਾ ਕਿ ਇਹਨੂੰ ਪਤਾ ਨਹੀਂ ਵਿਚਾਰੇ ਨੂੰ, ਇਹ ਗੱਲ ਤੇ ਮੈਨੇ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਕੀਤੀ, ਤਾਂ ਬਸ ਇਹ ਬੇਹੋਸ਼ੀ ਹੈ। ਠੀਕ ਹੈ ਜੀ, ਆਪ ਅੱਗੇ ਬੋਲੋ ਜੀ। ਜੀ ਵੀਰ ਜੀ, ਅੱਗੇ ਕਹਿ ਰਹੇ ਜੀ ਮਹਲਾ 5ਵਾਂ, ਕਹਿੰਦੇ ਕੀਤੀਆਂ ਕੁਢੰਗ ਗੁੱਜਾ ਥੀਐ ਨਾ ਹਿੱਤ, ਗੁੱਜਾ ਥੀਐ ਨਾ ਹਿੱਤ, ਨਾਨਕ ਤੈ ਸਹਿ ਢਕਿਆ ਮਨ ਮਹਿ ਸੱਚਾ ਮਿੱਤ। ਉਹ ਕਹਿੰਦੇ ਵੀ ਕੀਤੀਆਂ, ਕਹਿੰਦੇ ਕਈ ਬਹੁਤ ਸਾਰੇ ਕੁਢੰਗ, ਕਿੰਨੇ ਭੈੜੇ ਖੋਟੇ ਕਰਮ, ਭੈੜੇ ਕੁਢੰਗ ਜਿਹੜੇ ਨੇ, ਗੁੱਜਾ ਥੀਐ ਤੂੰ ਛਿਪ ਕੇ ਕਰਦੇ ਆ, ਕਹਿੰਦੇ ਕਰਦੇ ਆ ਅਸੀਂ, ਤੇ ਪਰ ਉਹ ਗੁੱਜਾ ਥੀਏ ਨਾ ਹਿੱਤ। ਉਹ ਕਹਿੰਦੇ ਤੇਰੇ ਤੋਂ ਪ੍ਰਮਾਤਮਾ ਲੁਕਿਆ ਤਾਂ ਹੈ ਨਹੀਂ ਕੁਛ, ਸਭ ਕੁਛ ਤਾਂ ਤੂੰ ਜਾਣਦਾ, ਤੂੰ ਅੰਤਰਜਾਮੀ ਹੈ ਤੂੰ। ਤੇ ਉਹ ਕਹਿੰਦੇ ਵੀ ਉਹ ਨਾਨਕ ਤੈ ਸਹਿ ਢਕਿਆ ਮਨ ਮੈਂ ਸੱਚਾ ਮਿੱਤਰ। ਕਹਿੰਦੇ ਜੇ ਤੂੰ ਸਾਡਾ ਐਸਾ ਸੱਚਾ ਮਿੱਤਰ ਹੈ ਤੇ ਤੂੰ ਸਾਡੇ ਜਿਹੜੇ ਖੋਟੇ ਕਰਮ ਹੈ ਉਹਨਾਂ ਤੇ ਤੂੰ ਕੀ ਕਰਦਾ, ਜਿਹੜਾ ਸਾਡੇ ਉੱਤੇ ਤੂੰ ਪਰਦਾ ਪਾ ਕੇ ਰੱਖਦਾ, ਤੂੰ ਜ਼ਾਹਰ ਨਹੀਂ ਹੋਣ ਦਿੰਦਾ ਉਹਨਾਂ ਨੂੰ। ਉਹ ਜਿੱਦਾਂ ਗੁਰਬਾਣੀ ਚ ਕਿ ਪ੍ਰੇਮ ਪਟੋਲਾ ਤੈਂ ਸਿਰ ਦਿੱਤਾ ਢੱਕਣ ਕੂ ਪੱਤ ਮੇਰੀ, ਉਹ ਪ੍ਰਮਾਤਮਾ ਨੇ ਪੱਤ ਢੱਕੀ ਹੋਈ ਹੈ ਸਾਡੀ। ਜੇ ਸਾਰੇ ਪ੍ਰਗਟ ਹੋ ਜਾਣ ਮਨ ਦੇ ਅੰਦਰ ਜੋ ਵਿਚਾਰ ਜਾਂ ਜੋ ਖੋਟੇ ਕਰਮ ਸਾਡੇ ਅੰਦਰ ਚੱਲ ਰਹੇ ਨੇ, ਤਾਂ ਉਹ ਪਟਾਕਾ ਬੋਲ ਜੇ। ਤੇ ਇਸ ਕਰਕੇ ਇਹ ਕਹਿ ਰਹੇ ਕਿ ਜਿੰਨੇ ਵੀ ਢੰਗ ਹੈ ਪ੍ਰਮਾਤਮਾ ਤੂੰ ਹੀ ਸਾਡੇ ਲੁਕੋ ਕੇ ਰੱਖੇ ਹੈ, ਤੂੰ ਹੀ ਸਾਡੇ ਅੰਦਰ ਗੁੱਜਾ ਹੈ, ਤੂੰ ਹੀ ਸਾਨੂੰ ਸਾਡੇ ਸਿਰ ਦੀ ਸਾਡੀ ਪੱਤ ਰੱਖੀ ਹੋਈ ਹੈ ਜੀ। ਹਾਂਜੀ ਸੰਗਤ ਜੀ, ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਮੈਂ ਨਾ ਕਲੀਨਿਕ ਤੇ ਵੇਖਦਾ ਕਿ ਜਦੋਂ ਅਸੀਂ ਹੇਅਰ ਟ੍ਰਾਂਸਪਲਾਂਟ ਕਰਦੇ ਹਾਂ ਤਾਂ ਉਹਦੇ ਟੈਸਟ ਕਰੀਦੇ ਬੰਦਿਆਂ ਦੇ, ਤੇ ਐਰਾ ਵਗੈਰਾ CBC ਐਰਾ ਵਗੈਰਾ ਟੈਸਟ ਕਰੀਦੇ। ਕਈਆਂ ਦੇ ਸੈੱਲ ਜਿਹੜੇ ਘਟੇ ਹੁੰਦੇ ਆ, ਇਨਫੈਕਸ਼ਨ ਵਧੀ ਹੁੰਦੀ ਹੈ। ਹੁਣ ਇਨਫੈਕਸ਼ਨ ਵਧੀ ਹੁੰਦੀ ਹੈ ਤੇ ਉਹ ਉਹਨਾਂ ਨੇ ਦੱਸੀ ਦੇ ਵੀ ਤੇਰੇ ਸੈੱਲ ਬਹੁਤ ਘੱਟ, ਉਹ ਕਹਿੰਦੇ ਅਸੀਂ ਚੰਗੇ ਭਲੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਸਾਨੂੰ ਕੋਈ ਥਕਾਵਟ ਨਹੀਂ। ਇਸੇ ਹੀ ਤਰ੍ਹਾਂ ਜਦੋਂ ਆਪਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ ਤੇ ਗੁਰਮੁਖ ਹੀ ਕਰਦੇ ਕਿ ਸਾਡੇ ਸਕੈਨਿੰਗ ਕਰਦੇ ਨੇ ਅੰਤਰਾਕਰਨ ਦਾ। ਸਾਡੇ ਜਿਹੜਾ ਸੂਖਮ ਸਰੀਰ ਹੈ ਨਾ, ਸਾਡਾ ਚਿੱਤ ਬੁੱਧੀ ਆ ਮਨ ਆ, ਇਹਦੇ ਵਿੱਚ ਸਕੈਨਿੰਗ ਕਰਦੇ ਆ। ਫਿਰ ਉਹ ਕੀ ਕਰਦੇ, ਮਸ਼ੀਨ ਦੇ ਤਰ੍ਹਾਂ ਸਾਡੇ ਅੰਦਰ ਜਿਹੜੇ ਔਗਣ ਨੇ ਉਹਨਾਂ ਤੇ ਉਹ ਲਾਈਟ ਮਾਰਦੇ ਨੇ, ਪ੍ਰਕਾਸ਼ ਪਾਉਂਦੇ ਨੇ ਉੱਤੇ।
ਹੁਣ ਜੇਕਰ ਕੋਈ ਕਵੇ ਕਿ ਮਸ਼ੀਨ ਖਰਾਬ ਹੈ ਤਾਂ ਉੱਥੇ ਭੱਜ ਜਾਂਦੇ ਨੇ ਕਈ। ਹੁਣ ਵੇਖਿਆ ਨਹੀਂ ਕਈ ਬੰਦੇ ਗਰੁੱਪ ਛੱਡ ਕੇ ਭੱਜ ਜਾਂਦੇ। ਕਿਉਂ ਭੱਜ ਜਾਂਦੇ ਹੋ? ਸਕੈਨਿੰਗ ਦੇ ਵਿੱਚ ਔਗਣ ਆਉਂਦੇ ਆ, ਸਕੈਨਿੰਗ ਰੌਲਾ ਪਾਉਂਦੀ ਹੈ, ਬਾਣੀ ਤੇ ਰੌਲਾ ਪਾਉਂਦੀ ਹੈ। ਬਾਣੀ ਕਹਿੰਦੀ ਆ ਕਿ ਤੂੰ ਚੰਗਾ ਕੰਮ ਕਰਨ ਦੇ ਲਈ ਬੜਾ ਭੱਜਾ ਫਿਰਦਾ ਤੇ ਮਾੜਾ ਨਹੀਂ, ਚੰਗਾ ਕੰਮ ਕਰਨ ਲਈ ਤੂੰ ਭਾਈ ਜਾਨ ਬਚਾਉਣਾ ਹੈ ਤੇ ਮਾੜਾ ਕਰਮ ਕਰਨ ਦੇ ਲਈ ਤੂੰ ਦਿਨ ਰਾਤ ਪਰਵਾਹ ਨਹੀਂ ਕਰਦਾ। ਜਦੋਂ ਮਰਜ਼ੀ ਤੈਨੂੰ ਆਵਾਜ਼ ਬੜੀ ਉੱਡਿਆ ਆਉਣਾ ਤੂੰ। ਇਹ ਤੇ ਸਕੈਨਿੰਗ ਹੀ ਆ, ਹੋਰ ਕੀ ਕਰ ਰਹੇ ਨੇ ਬਾਣੀ ਚ? ਇਹ ਬ੍ਰਹਮ ਗਿਆਨੀ ਕੀ ਕਰ ਰਹੇ ਨੇ ਕਿ ਸਾਡੇ ਅੰਤਰਾ ਕਰਨ ਦਾ ਸਕੈਨ ਕਰਦੇ ਆ, ਸਾਨੂੰ ਗਿਆਨ ਕਰਾਉਂਦੇ ਆ ਵੀ ਕਿ ਤੇਰੇ ਚ ਆਹ ਕਮੀ ਆ, ਆਹ ਬੇਸ਼ੀ ਆ, ਤੂੰ ਇਹਨੂੰ ਏਦਾਂ ਸਹੀ ਕਰ। ਹੁਣ ਆਹ ਕਹਿੰਦੇ ਨੇ ਕਿ ਤੇਰੇ ਔਗਣ ਜਿਹੜੇ ਆ ਉਸ ਪਰਮ ਸ਼ਕਤੀ ਤੋਂ ਗੁੱਝੇ ਨਹੀਂ ਰਹਿਣੇ। ਕਿਉਂ ਨਹੀਂ ਰਹਿਣੇ? ਕਿਉਂਕਿ ਉਹਦੇ ਅੰਦਰ ਤੇ ਹੈ ਸਭ ਕੁਛ। ਜਦੋਂ ਆਪਾਂ ਇਹ ਸੋਚਦੇ ਹਾਂ ਕਿ ਉਹ ਤੋਂ ਕੁਝ ਚੀਜ਼ ਗੁੱਝੀ ਨਹੀਂ ਹੈ, ਤੇ ਫਿਰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਉਸ ਤੋਂ ਲੁਕਿਆ ਨਹੀਂ ਜਾ ਸਕਦਾ। ਸਾਡੀ ਚਲਾਕੀ ਦਾ ਜਿਹੜਾ ਨਾ ਉਹ ਚਲਾਕਾਪਨ ਉੱਥੇ ਚੱਲਣਾ ਨਹੀਂ ਆ। ਚਲਾਕੀ ਇੱਥੇ ਲੋਕਾਂ ਨੂੰ ਧੋਖਾ ਦੇ ਸਕਦੇ ਆ, ਇੱਥੇ ਮਾੜੀ ਮੋਟੀ ਚੀਟਿੰਗ ਕਰ ਦਾਂਗੇ। ਅੱਜ ਉਹ ਕੁੜੀ ਆਪਣੇ ਸਟਾਫ 'ਚ ਕੰਮ ਕਰਦੇ ਨੇ ਤੇ ਉਹ ਵਿਚਾਰੀ ਦਾ 500 ਨੰਬਰ ਹੀ 500 ਰੁਪਇਆ ਪੇਟੀਐਮ 'ਚ ਫਸਿਆ। ਉਹਨੇ ਨੈਟ ਤੇ ਨੰਬਰ ਲੱਭਿਆ, ਉਹ ਸੋਚਿਆ ਪੇਟੀਐਮ ਦਾ ਨੰਬਰ ਹੈ, ਉਹਦੇ ਗੱਲ ਕੀਤੀ। ਉਹ ਕਹਿੰਦੇ ਮੈਡਮ ਏਦਾਂ ਮਾਂ ਕੀ ਕਰ ਦਿੰਦੇ, ਤੁਹਾਡੇ ਪੈਸੇ ਵਾਪਸ ਸਾਨੂੰ ਪਤਾ ਲੱਗ ਗਿਆ, ਤੁਹਾਡੇ 500 ਰੁਪਏ ਅੱਗੇ ਪਿੱਛੇ ਹੋਏ ਨੇ, ਏਦਾਂ ਕਰੋ ਆਹ ਇੱਕ ਸੌਫਟਵੇਅਰ ਇੰਸਟਾਲ ਕਰੋ। ਏਦਾਂ ਕਰਦਿਆਂ ਤੇ ਉਹਦਾ 6000 ਰੁਪਏ ਕੱਢ ਕੇ ਲੈ ਗਏ ਦੀ ਬੈਂਕ ਚੋਂ। ਮਤਲਬ ਲੋਕ ਏਦਾਂ ਦੇ ਨੇ। ਹੁਣ ਉਹ ਸੋਚਦਾ ਨਹੀਂ ਹੈ ਕਿ ਇਹ ਘਟੀਆ ਪੈਸਾ ਹੈ, ਇੱਕ ਵਧੀਆ ਪੈਸਾ ਨਹੀਂ। ਹੁਣ ਆਪਣੇ ਗਰੁੱਪ 'ਚ ਵੀ ਹੈਗੇ ਨੇ ਇੱਕ, ਉਹਨਾਂ ਨੇ ਕਿਤੇ ਮਸ਼ਹੂਰੀ ਪਾਈ OLX ਤੇ ਕਿ ਬਈ ਏਦਾਂ ਕਰੀਏ ਕਿ ਲੈਪਟਾਪ ਵੇਚ ਦਿੰਦੇ ਉੱਥੇ ਜਾ ਕੇ। ਉਹ ਲੈਪਟਾਪ ਵੇਖ ਲਿਆ ਕਿਸੇ ਨੇ, ਫਿਰ ਉਸ ਬੰਦੇ ਨੇ ਨਹੀਂ ਚਲਾਕੀ ਚੱਲੀ। ਇਹਨਾਂ ਨੂੰ ਕਹਿੰਦੇ ਕਿ ਤੁਸੀਂ ਏਦਾਂ ਕਰੋ ਕਿ ਮੇਰੀ ਘਰ ਦੀ ਉਹਨੂੰ ਜ਼ਿਆਦਾ ਚਲਾਉਣਾ ਨਹੀਂ ਆਉਂਦਾ ਲੈਪਟਾਪ ਤੇ ਵਗੈਰਾ, ਮੈਂ ਤੁਹਾਨੂੰ ਨਾ ਇੰਟਰਨੈਟ ਤੇ ਪੈਸੇ ਭੇਜ ਦਿੰਦਾ। ਵੇਖੋ ਦੁਨੀਆ ਕਿੱਡੀ ਚਲਾਕ ਹੈ। ਚਲਾਕ ਤੇ ਨਹੀਂ, ਬੇਈਮਾਨੀ ਕਹਿ ਸਕਦੇ। ਤੇ ਉਹ ਉਹਨੂੰ ਫੋਨ ਕਰਤਾ ਵੀ ਏਦਾਂ ਕਰੋ ਕਿ ਤੁਸੀਂ ਨਾ ਆਪਣੀ ਬੈਂਕ ਦੀ ਡਿਟੇਲ ਦਿਓ, ਮੈਂ ਤੁਹਾਡੀ ਬੈਂਕ 'ਚ ਪੈਸੇ ਭੇਜ ਦਿੰਦਾ। ਔਰ ਕੋਈ ਸਾਰਾ ਵਿਚਾਰੇ ਕੋ ਬੈਂਕ ਦਾ ਅਕਾਊਂਟ ਨੰਬਰ ਲੈ ਲਿਆ, ਨਾਮ ਲੈ ਲਿਆ, ਬ੍ਰਾਂਚ ਨੰਬਰ ਲੈ ਲਈ। ਬਾਅਦ ਦੇ ਵਿੱਚ ਤੁਹਾਨੂੰ ਅੰਕਲ ਕੋਡ ਆਊਗਾ, ਕੋਡ ਮੈਨੂੰ ਦੇ ਦਿਓ। ਇਹਦੇ ਵੇਖਿਆ ਹੀ ਨਹੀਂ ਕਿ ਇਹਦੇ ਪੈਸੇ ਆ ਨਹੀਂ ਰਹੇ, ਇਹ ਪੈਸੇ ਤੇ ਮੇਰੇ ਖਾਤੇ 'ਚੋਂ ਨਿਕਲ ਰਹੇ ਨੇ। ਉਹ 15000 ਰੁਪਏ ਕੱਢ ਕੇ ਲੈ ਗਏ ਇਹਨਾਂ ਦੇ ਖਾਤੇ 'ਚ। ਸੋ ਕਹਿਣ ਤੋਂ ਭਾਵ ਹੈ ਕਿ ਬੰਦਾ ਏਦਾਂ ਹੀ ਕਰਦਾ ਹੈ। ਬੰਦਾ ਤੇ ਚਾਹੁੰਦਾ ਹੈ ਕਿ ਕੰਮ ਨਾ ਕੀਤਾ ਜਾਵੇ, ਫ੍ਰੀ 'ਚ ਪੈਸੇ ਮਿਲ ਜਾਣ। ਇਹ ਸੰਸਾਰ ਏਦਾਂ ਦਾ ਹੀ ਹੈ ਜੀ। ਔਰ ਇਹ ਲੋਕ ਜਿਹੜੇ ਨੇ ਡੁੱਬੇ ਹੋਏ ਲੋਕ ਨੇ। ਠੱਗੀ ਮਾਰਨ ਦੇ ਨਾਲੋਂ ਕਹਿੰਦੇ ਠੱਗੀ ਖਾ ਲਓ ਤੇ ਚੰਗੀ ਹੈ। ਇਹ ਬੰਦੇ ਜਿਹੜੇ ਨੇ, ਇਹ ਬੰਦੇ ਤੇ ਪ੍ਰਮਾਤਮਾ ਦੇ ਘਰੋਂ ਕੱਢੇ ਹੋਏ ਨੇ ਕਿ ਜਿਨ੍ਹਾਂ ਦੇ ਮਨ 'ਚ ਇਹੋ ਹੀ ਹੈ ਕਿ ਦੂਜੇ ਤੇ ਪੈਸੇ ਚੋਰੀ ਕਰੀਏ, ਖੁਦ ਮਿਹਨਤ ਨਹੀਂ ਕਰਨੀ। ਪਰ ਇਹ ਜਿਹੜਾ ਪੈਸਾ ਹੈ, ਇਹ ਪੈਸਾ ਕਦੇ ਵੀ ਇਹਨਾਂ ਨੂੰ ਸੁੱਖ ਨਹੀਂ ਦੇ ਸਕਦਾ। ਇਹ ਪੈਸੇ ਨੇ ਹਮੇਸ਼ਾ ਹੀ ਇਹਨਾਂ ਨੂੰ ਦੁੱਖ ਹੀ ਦੇਣਾ ਹੈ। ਪਰ ਇਹਨਾਂ ਨੂੰ ਪਤਾ ਨਹੀਂ ਲੱਗਦਾ। ਇਹ ਗੱਲ ਸੱਜਣ ਠੱਗ ਨੂੰ ਵੀ ਕਹੀ ਸੀ, ਵਾਲਮੀਕੀ ਨੂੰ ਵੀ ਕਹੀ ਸੀ। ਸੰਤਾਂ ਨੇ ਕਿ ਵਾਲਮੀਕੀ ਦੇਖ, ਇਹ ਜਿਹੜਾ ਪੈਸਾ ਹੈ ਨਾ, ਇਸ ਪੈਸੇ ਦੇ ਵਿੱਚ ਤੈਨੂੰ ਖੁਸ਼ੀ ਨਹੀਂ ਮਿਲਣੀ, ਕਿਉਂਕਿ ਇਹ ਪੈਸਾ ਜਿਹੜਾ ਹੈ ਨਾ, ਪੈਸਾ ਤੇਰਾ ਹੈ ਹੀ ਨਹੀਂ ਹੈ। ਦੇਖੋ ਜਿਹੜਾ ਪੈਸਾ ਸਾਡਾ ਨਹੀਂ ਹੈ ਨਾ, ਚਾਹੇ ਕੋਈ ਵੱਡਾ ਅਦਾਰਾ ਹੈ ਜਾਂ ਕੁਝ ਵੀ ਲਾ ਲਓ, ਜੇਕਰ ਉਹਦਾ ਪੈਸਾ ਆਪਣਾ ਨਹੀਂ ਹੈ, ਠੱਗੀਆਂ ਠੁੱਗੀਆਂ ਮਾਰੀਆਂ ਨੇ, ਅਗਲੇ ਬੰਦੇ ਇਨੋਸੈਂਟ ਆ, ਤੇ ਫਿਰ ਉਹ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਉਹ ਉਹਨਾਂ ਤੇ ਬੋਝ ਪੈਂਦਾ ਹੈ, ਪੱਕਾ ਪੈਂਦਾ ਹੈ। ਅਗਲੇ ਨੂੰ ਨਹੀਂ ਪਤਾ, ਪਰ ਤੁਹਾਡੀ ਆਤਮਾ ਨੂੰ ਤਾਂ ਪਤਾ ਹੈ ਨਾ ਕਿ ਤੁਸੀਂ ਏਦਾਂ ਕਰ ਰਹੇ ਜੋ ਉਹਦੇ ਨਾਲ। ਤਾਂ ਕੁਝ ਗੱਲਾਂ ਹੈਗੀਆਂ ਨੇ ਤੇ ਇਹਨਾਂ ਗੱਲਾਂ ਦਾ ਧਿਆਨ ਦੇਣਾ ਹੈ ਆਪਾਂ, ਕਿਉਂਕਿ ਉਸ ਪਰਮਾਤਮਾ ਤੋਂ ਕੋਈ ਵੀ ਗੱਲ ਜਿਹੜੀ ਹੈ ਲੁਕੀ ਜਾਂ ਛੁਪੀ ਨਹੀਂ ਰਹਿ ਸਕਦੀ। ਫਿਰ ਅਗਲੇ ਬੰਨੇ ਕਹਿੰਦੇ ਨਾਨਕ ਤੈ ਸਹਿ ਟਕਿਆ ਮਨ, ਮੈਂ ਸੱਚਾ ਮਿੱਤ। ਜੇਕਰ ਪ੍ਰਮਾਤਮਾ ਦੇ ਨਾਲ ਮੇਰਾ ਪਿਆਰ ਪੈ ਗਿਆ ਤੇ ਕਹਿੰਦੇ ਮੇਰੇ ਜਿਹੜੇ ਮਾੜੇ ਕਰਮ ਹੈ ਨਾ, ਉਹਨਾਂ ਤੇ ਪੜਦਾ ਪੈ ਸਕਦਾ। ਕਿਉਂਕਿ ਜਦੋਂ ਪ੍ਰਮਾਤਮਾ ਸਾਡੇ ਜੀਵਨ ਚ ਆਉਂਦਾ ਹੈ, ਆਟੋਮੈਟਿਕਲੀ ਹੀ ਸਾਡੇ ਜੀਵਨ ਦੀ ਜਿਹੜੀ ਬੁਰਾਈ ਆ ਉਹ ਖਤਮ ਹੋ ਜਾਣੀ ਹੈ। ਕਿਉਂਕਿ ਪ੍ਰਮਾਤਮਾ ਇੱਕ ਐਸੀ ਦਵਾਈ ਹੈ, ਉਸਦੇ ਸੰਪਰਕ ਚ ਜਦੋਂ ਅਸੀਂ ਆਉਂਦੇ ਹਾਂ ਤੇ ਸਾਡੇ ਮਨ ਨੂੰ ਤੇ ਸਾਡੇ ਤਨ ਨੂੰ ਔਗਣਾਂ ਤੋਂ ਮੁਕਤੀ ਮਿਲ ਜਾਣੀ। ਹਾਂਜੀ ਨਿਜਰ ਸਾਹਿਬ, ਸੌਰੀ ਵੀਰ ਜੀ, ਅੱਗੇ ਬੋਲੋ। ਹਾਂਜੀ ਵੀਰ ਜੀ, ਉਹੀ ਹੁਣ ਅੱਗੇ ਉਹੀ ਇਹ ਪਹਿਲਾਂ ਤਾਂ ਦੱਸਿਆ ਉਹਨਾਂ ਨੇ ਨਾ ਕਿ ਵੀ ਉਹ
ਕਿਹੜੇ ਚੱਕਰਾਂ 'ਚ ਕੀ ਹੋ ਰਿਹਾ ਹੈ, ਤੇਰੇ ਕਰਮ ਨੇ, ਉਹ ਸਾਰਾ ਪ੍ਰਮਾਤਮਾ ਜਾਣਦਾ। ਹੁਣ ਉਹ ਕਹਿੰਦੇ ਇਹਦਾ ਰਸਤਾ ਦੱਸ ਰਹੇ ਨੇ ਇਸ ਪੌੜੀ ਦੇ ਵਿੱਚ ਵੀ ਉਹ ਤੂੰ ਇਹਦਾ ਨਿਦਾਨ ਕੀ ਹੈ। ਉਹ ਪੌੜੀ ਦੇ ਵਿੱਚ ਕਹਿੰਦੇ ਹੋ ਮੰਗੂ ਤੁਝੇ ਦਇਆਲ ਕਰ ਦਾਸਾਂ ਗੋਲਿਆਂ ਨੌਨਿਧ ਪਾਈ ਰਾਜ ਜੀਵਾਂ ਬੋਲਿਆਂ। ਉਹ ਕਹਿੰਦੇ ਪ੍ਰਮਾਤਮਾ ਜਿਹੜਾ ਦਇਆਲ ਹੈ, ਦਇਆ ਕਰਨ ਵਾਲਾ ਹੈ ਸਾਡੇ ਤੇ, ਕਿਉਂ ਅਸੀਂ ਤਾਂ ਕਹਿੰਦੇ ਏਦਾਂ ਦੇ ਹੀ ਹੈਗੇ ਆ। ਸਾਰਾ ਪਤਾ ਹੈ ਸਾਨੂੰ, ਸਾਰੇ ਜਿਹੜੇ ਮਨਮੁਖੀ ਜੀਵ ਹੈ ਜਾਂ ਜੋ ਵੀ ਜਿਨ੍ਹਾਂ ਦੇ ਅੰਦਰ, ਸਭ ਦੇ ਅੰਦਰ ਇਹ ਭੈੜੇ ਕਰਮ ਨੇ, ਉਹ ਤਾਂ ਪ੍ਰਮਾਤਮਾ ਕੀ ਕਰ ਸਕਦਾ? ਉਹ ਕਰ ਸਕਦਾ ਸਿਰਫ ਉਹਦੇ ਦਇਆਲ ਦੇ ਅੱਗੇ। ਅਸੀਂ ਦਇਆਲ ਨੂੰ ਕਹਿ ਰਹੇ ਹਾਂ, ਉਸ ਪ੍ਰਮਾਤਮਾ ਨੂੰ, ਕਿ ਅਸੀਂ ਸਾਨੂੰ ਹਉ ਮੰਗੋ ਕਿ ਮੈਂ ਤੁਹਾਡੇ ਤੋਂ ਇਹ ਮੰਗਦਾ ਕਿ ਕਰ ਦਾਸਾਂ ਗੋਲਿਆਂ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਦੇਖੋ ਨਿਮਰਤਾ ਦੀ ਗੱਲ ਹੋ ਰਹੀ ਹੈ। ਫਿਰ ਉਹ ਕਹਿੰਦੇ ਨੌਨਿਧ ਪਾਈ ਰਾਜ ਜੀਵਾਂ ਬੋਲੇ, ਕਹਿੰਦੇ ਵੀ ਉਹ ਨਾਮ ਫਿਰ ਜਦ ਤੂੰ ਦਾਸਾਂ ਦਾ ਦਾਸ ਬਣਾਏਗਾ, ਉਹਨਾਂ ਤੋਂ ਮੈਨੂੰ ਜੋ ਉਹਨਾਂ ਤੋਂ ਵਿਧੀ ਮਿਲੂਗੀ, ਫਿਰ ਮੈਂ ਉਹ ਨਾਮ ਜਿਹੜਾ ਧਿਆਉਂਗਾ ਤੇ ਉਹਦੇ ਨਾਲ ਫਿਰ ਮੈਨੂੰ ਜਿਹੜਾ ਕਹਿੰਦੇ ਵੀ ਉਹਦੇ ਨਾਲ ਹੀ ਮੈਂ ਜਿਉਂਦਾ ਹੋ ਜਾਊਂਗਾ। ਤੇ ਉਹ ਨੌ ਤੇ ਉਹਦੇ ਨਾਲ ਹੀ ਦੇਖੋ ਫਿਰ ਸਾਰੇ 9 ਨਿਧੀਆਂ ਤੇ ਸਾਰਾ ਇਹ ਰਾਜ ਜਿਹੜਾ ਧਰਤੀ ਦਾ ਉਹ ਮਿਲ ਜਾਣਾ। ਦੇਖੋ ਇਹਦੇ ਉੱਪਰ ਦੀ ਤਾਂ ਕੁਛ ਹੈ ਹੀ ਨਹੀਂ ਜਦੋਂ ਨਾਮ ਪ੍ਰਗਟ ਹੋ ਗਿਆ। ਫਿਰ ਉਹ ਕਹਿੰਦੇ ਜੀ ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਘਣਾ। ਉਹ ਕਹਿੰਦੇ ਹੈ ਕਿੱਥੇ ਜਿਹੜੇ ਤੇਰੇ ਦਾਸ ਨੇ, ਉਹ ਤਾਂ ਦਾਸਾਂ ਦਾ ਦਾਸ ਮੰਗ ਰਹੇ ਹੈ। ਕਹਿੰਦੇ ਉਹ ਜਿਹੜੇ ਤੇਰੇ ਦਾਸ ਹੈ ਉਹਨਾਂ ਦੇ ਘਰ ਦੇ ਚ ਬਹੁਤ ਘਣਾ ਇਹ ਅੰਮ੍ਰਿਤ ਨਾਮ, ਬਹੁਤ ਖਜ਼ਾਨਾ ਤੇਰੇ ਸੇਵਕਾਂ ਦੇ ਕੋਲ। ਕਹਿੰਦੇ ਫਿਰ ਮੈਨੂੰ ਕੀ ਕਰ, ਕਹਿੰਦੇ ਤਿਨਕੇ ਸੰਗ ਨਿਹਾਲ ਸਰਵਣੀ ਜਸ ਸੁਣਾ। ਕਹਿੰਦੇ ਮੈਨੂੰ ਤਾਂ ਉਹਨਾਂ ਦੀ ਸੰਗਤ ਚ ਮੈਂ ਬੈਠ ਕੇ ਨਿਹਾਲ ਹੁੰਦਾ ਰਵਾਂ, ਮੈਨੂੰ ਉਹ ਕੰਨਾਂ ਦੇ ਨਾਲ ਮੈਂ ਆਪਣਾ ਤੇਰਾ ਜਸ ਜਿਹੜਾ ਪ੍ਰਮਾਤਮਾ ਤੇਰਾ ਜਸ ਕਮਾਵਾਂ ਤਿਨਕੀ ਕਾਰ ਸਰੀਰ ਪਵਿੱਤ ਹੋਏ। ਤੇ ਉਹਨਾਂ ਦੇ ਨਾਲ ਜਿਵੇਂ ਉਹ ਕਹਿਣਗੇ ਮੈਂ ਉਸ ਤਰ੍ਹਾਂ ਕਾਰ ਕਮਾਉਂਦਾ ਰਵਾਂ ਤੇ ਮੇਰਾ ਜਿਹੜਾ ਸਰੀਰ ਜਿਹੜਾ ਪਵਿੱਤਰ ਹੁੰਦਾ ਰਵੇ। ਪੱਖਾ ਪਾਣੀ ਪੀਸ ਬਿਕਸਾਂ ਪੈਰ ਧੋਏ। ਦੇਖੋ ਨਿਮਰਤਾ ਦੀ ਹੱਦ 'ਚ ਚਲੇ ਗਏ। ਕਹਿੰਦੇ ਵੀ ਮੈਂ ਪੱਖਾ ਝੱਲਾਂ ਉਹਨਾਂ ਦਾ, ਚੱਕੀ, ਕਿਉਂਕਿ ਸਮੇਂ ਦੇ ਹਿਸਾਬ ਨਾਲ ਉਹ 500 ਸਾਲ ਪਹਿਲਾਂ ਪੱਖਾ ਝੱਲਾਂ, ਪਾਣੀ ਭਰ ਕੇ ਲਿਆਵਾਂ, ਚੱਕੀ ਪੀਆਂ, ਪੈਰ ਧੋਆਂ ਉਹਨਾਂ ਦੇ, ਤੇ ਫਿਰ ਮੈਨੂੰ ਖੁਸ਼ੀ ਮਿਲੇ। ਬਿਕਸਣਾ ਮਤਲਬ ਖੁਸ਼ੀ ਮਿਲਣੀ। ਆਪ ਕਛੂ ਨਾ ਹੋਏ ਪ੍ਰਭ ਦਰ ਨਿਹਾਲੀ ਹੈ, ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀ ਹੈ। ਕਹਿੰਦੇ ਪ੍ਰਮਾਤਮਾ ਮੇਰੇ ਤੋਂ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵੱਲ ਮਿਹਰ ਦੀ ਨਜ਼ਰ ਕਰ, ਤਾਂ ਹੀ ਮੇਰੀ ਸਾਰਾ ਕੁਛ ਇਹ ਪੋਸੀਬਲ ਹੈ। ਮੋਹਿ ਨਿਰਗੁਣ ਦੀਚੈ ਥਾਉ ਸੰਤ ਧਰਮਸ਼ਾਲੀ ਹੈ। ਮੈਨੂੰ ਗੁਣਹੀਨ ਨੂੰ, ਜੋ ਨਿਰਗੁਣ ਕਹਿ ਰਹੇ ਨੇ ਆਪਣੇ ਆਪ ਨੂੰ, ਮੈਨੂੰ ਨਿਰਗੁਣ ਨੂੰ ਐਸਾ ਥਾਂ ਦੇ ਜਿੱਥੇ ਸੰਤਾਂ ਦੀ ਸੰਗਤ ਹੋ ਰਹੀ ਹੈ ਤੇ ਉੱਥੇ ਤੇਰਾ ਜਸ ਚੱਲ ਰਿਹਾ, ਤੇ ਮੇਰੇ ਵੱਲ ਮਿਹਰ ਨਾਲ ਤੱਕ ਤੇ ਮੈਨੂੰ ਉਹਨਾਂ ਸੰਤਾਂ ਦੀ ਸੰਗਤ, ਜਿਹੜੇ ਸੰਤਾਂ ਦੀ ਜਾਂ ਸਾਧ ਸੰਗਤ ਦੀ ਸੰਗਤ ਦੇ ਵਿੱਚ ਮੈਨੂੰ ਥਾਂ ਦੇ ਜੀਵਿਤ। ਹਾਂਜੀ ਠੀਕ ਹੈ ਜੀ। ਉੱਪਰ ਦੇਖੋ ਲਿਖ ਰਹੇ ਨੇ ਕਿ ਹਾਂ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲੀਆਂ। ਕਹਿੰਦੇ ਕਿ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਾ, ਕਿਉਂਕਿ ਜਿਹੜੇ ਤੇਰੇ ਦਾਸ ਨੇ ਤੇ ਉਹ ਤੇ ਬ੍ਰਹਮ ਗਿਆਨੀ ਨੇ, ਉਹਨਾਂ ਦੀ ਸੰਗਤ ਕਰਕੇ ਮੇਰਾ ਜੀਵਨ ਵੀ ਉੱਚਾ ਹੋ ਜਾਏਗਾ। ਤੇ ਜੇ ਦੇਖੋ ਜਦੋਂ ਆਪਾਂ ਨੂੰ ਐਸਾ ਬੰਦਾ ਮਿਲ ਜਾਂਦਾ ਜਿਹੜਾ ਪ੍ਰਮਾਤਮਾ ਦੇ ਨਾਲ ਪਿਆਰ ਪਾ ਚੁੱਕਿਆ ਹੈ, ਉਹਦੀ ਹਜ਼ੂਰੀ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ, ਉਹਦੇ ਲਾਗੇ ਰਹਿਣ ਦੇ ਨਾਲ, ਉਹਦੀਆਂ ਗੱਲਾਂ ਸੁਣਨ ਦੇ ਨਾਲ ਸਾਡੇ ਜੀਵਨ 'ਚ ਉਚਾਈ ਹੁੰਦੀ। ਤੇ ਕਈ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਚਿੱਤ ਦੇ ਅੰਦਰ ਔਗਣ ਰੂਪ 'ਚ ਲੁਕੀਆਂ ਹੁੰਦੀਆਂ ਨੇ, ਸਾਨੂੰ ਉਹਦਾ ਪਤਾ ਲੱਗਦਾ। ਸਭ ਤੋਂ ਪਹਿਲਾਂ ਪਤਾ ਲੱਗੇ ਕਿ ਕਿਹੜੀ ਕਿਹੜੀ ਬਿਮਾਰੀ ਆ, ਫਿਰ ਉਹਦਾ ਇਲਾਜ ਵੀ ਹੋ ਸਕਦਾ। ਜਿੰਨਾ ਚਿਰ ਤੁਹਾਨੂੰ ਪਤਾ ਹੀ ਨਹੀਂ, ਟੈਸਟ ਹੀ ਨਹੀਂ ਕੀਤਾ, ਕਿੱਦਾਂ ਪਤਾ ਲੱਗੂ ਅੰਦਰ ਕਿਹੜਾ ਔਗਣ ਹੈਗਾ। ਪ੍ਰਮੁੱਖਾਂ ਦੀ ਸੰਗਤ ਜਦੋਂ ਆਪਾਂ ਕਰਦੇ ਹਾਂ, ਆਪਾਂ ਬਾਣੀ ਪੜ੍ਹਦੇ ਹਾਂ, ਤੇ ਇਹਨਾਂ ਬ੍ਰਹਮ ਗਿਆਨੀਆਂ ਦੇ ਵਿਚਾਰ ਸਾਨੂੰ ਸੁਣਨ ਨੂੰ ਮਿਲਦੇ ਆ। ਫਿਰ ਉਹ ਕਹਿ ਰਹੇ ਨੇ ਕਿ ਬਈ ਏਦਾਂ ਕਰੋ ਕਿ ਤੁਸੀਂ ਦਾਸਾਂ ਦੇ ਦਾਸ ਬਣ ਜਾਓ। ਕੀ ਹੋਊਗਾ? ਫਿਰ ਤੁਹਾਡੇ ਜੀਵਨ 'ਚ ਉਚਾਈ ਆਵੇਗੀ, ਨਿਧੀ ਆ ਜਾਏਗੀ, ਨੌ ਨਿਧੀ। ਕਿਉਂਕਿ ਉਹਨਾਂ ਕੋਲ ਭੇਦ ਆ, ਉਹਨਾਂ ਨੂੰ ਪਤਾ ਹੈ ਆਤਮਾ ਨੂੰ ਕਿੱਦਾਂ ਜਾਣਿਆ ਜਾ ਸਕਦਾ, ਆਤਮਾ ਨੂੰ ਕਿੱਦਾਂ ਅਨੁਭਵ ਕੀਤਾ ਜਾ ਸਕਦਾ। ਤੇ ਜਿਹੜੇ ਔਗਣ ਨੇ ਉਹਨਾਂ ਨੇ ਸਕੈਨ ਕਰਕੇ ਸਾਡੇ ਸਾਹਮਣੇ ਪ੍ਰਗਟ ਕਰ ਦੇਣੇ ਆ। ਤੇ ਜਦੋਂ ਬਿਮਾਰੀ ਦਾ ਪਤਾ ਲੱਗ ਗਿਆ, ਫਿਰ ਆਪਾਂ ਕੀ ਕਰਦੇ ਹਾਂ? ਆਪਾਂ ਪਰਹੇਜ਼ ਕਰਦੇ ਹਾਂ ਨਾ, ਕਿ ਜਿਹੜੀ ਚੀਜ਼ ਕਰਕੇ ਸਾਡੇ ਸਰੀਰ 'ਚ ਕੋਈ ਬਿਮਾਰੀ ਵੜ ਗਈ ਆ ਤੇ ਉਹ ਕੰਮ ਨਾ ਕੀਤਾ ਜਾਵੇ। ਇਹੋ ਹੀ ਹੈ ਜੀਵਨ ਦੇ ਵਿੱਚ। ਜੇਕਰ ਚਿੱਤ ਮਲੀਨ ਹੋ ਰਿਹਾ, ਮਨ ਮਲੀਨ ਹੋ ਰਿਹਾ, ਤੇ ਉਹਦੇ ਪਿੱਛੇ ਕਾਰਨ ਆ, ਕੁਝ ਤੇ ਕਰ ਰਹੇ ਆ ਜਿਹਦੇ ਕਰਕੇ ਉਹਨਾਂ ਵਿੱਚ ਗੰਦਗੀ ਜਾ ਰਹੀ ਹੈ। ਤੇ ਉਹ ਜਦੋਂ ਆਪਾਂ ਕੰਮ ਬੰਦ ਕਰ ਦਾਂਗੇ ਤੇ ਗੰਦਗੀ ਬੰਦ ਹੋ ਜਾਏਗੀ। ਤੇ ਫਿਰ ਅਗਲੇ ਬੰਨੇ ਕਹਿ ਰਹੇ ਨੇ ਅੰਮ੍ਰਿਤ ਨਾਮ ਨਿਧਾਨ ਘਰ ਕਣਾ। ਕਿਉਂਕਿ ਕਹਿੰਦੇ ਆ ਕਿ ਸੰਗਤ ਇਸ ਕਰਕੇ ਚਾਹੀਦੀ ਹੈ ਕਿਉਂਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ, ਖਜ਼ਾਨਾ ਹੈ, ਸੱਚ ਦੇ ਘਰ ਦਾ ਰਸਤਾ ਹੈ, ਉੱਥੇ ਬਹੁਤ ਜ਼ਿਆਦਾ
ਉੱਥੋਂ ਗਿਆਨ ਮਿਲਦਾ ਹੈ। ਕਣੇ ਦਾ ਮਤਲਬ ਹੁੰਦਾ ਜ਼ਿਆਦਾ, ਕਿਉਂਕਿ ਉਹ ਆਪ ਆਤਮਾ ਤੱਤ 'ਚ ਬੈਠੇ ਆ, ਤੇ ਜਦੋਂ ਆਤਮਾ ਤੱਤ 'ਚ ਬੈਠੇ ਤੇ ਸਾਨੂੰ ਜੇਕਰ ਉਹ ਗਿਆਨ ਕਰਦੇ ਨਾ ਤੇ ਉਹਦੇ ਨਾਲ ਕਹਿੰਦਾ ਕਿ ਸਾਡੀ ਜਿਹੜੀ ਚੇਤਨਾ ਉਹ ਆਦਤ ਜਿਹੜੀ ਹੈ ਉਹ ਆਦਤ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਅਸੀਂ ਭਗਤੀ ਕਰਦੇ ਹਾਂ, ਕਿਉਂਕਿ ਬਿਨਾਂ ਭਗਤੀ ਦੇ ਕੀਤਿਆਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਜਿਹੜੇ ਕਰਮ ਹੈ ਤੁਹਾਡਾ ਸੁਭਾਅ ਬਣ ਚੁੱਕਿਆ, ਤੁਹਾਡੀਆਂ ਆਦਤਾਂ ਬਣ ਚੁੱਕੀਆਂ, ਉਹ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਬਦਲਣਾ ਚਾਹੁੰਦੇ। ਪਾਣੀ ਦੇਖੋਗਾ ਕਹਿ ਰਹੀ ਹੈ ਕਿ ਤੂੰ ਹਮੇਸ਼ਾ ਹੀ ਚੰਗਾ ਕੰਮ ਹੈਗਾ ਉਹਨੂੰ ਪੋਸਟਪੋਨ ਕਰੀ ਜਾਂਦਾ, ਕੱਲ ਕਰੂੰਗਾ, ਤੇ ਕੱਲ ਕਿਦੋਂ ਆਉਣਾ ਵਾ? ਕਿਉਂਕਿ ਉਹਨੂੰ ਪੋਸਟਪੋਨ ਕਰਨ ਦੀ ਆਦਤ ਪੈ ਚੁੱਕੀ ਆ। ਇਸ ਮਨ ਕੋ ਜਨਮ ਕੀ ਮਨ ਲੱਗੀ, ਕਹਿੰਦੇ ਬੜੀ ਜਨਮ ਦੀ ਮਨ ਲੱਗੀ ਇਹਨੂੰ। ਇਸ ਕਰਕੇ ਇਹ ਨਾ ਸੋਚੀ ਕਿ ਫਟਾਕ ਤੂੰ ਕਹਿ ਤਾ ਕਿ ਚੱਲ ਭਗਤੀ ਕਰਨੀ ਤੇ ਤਿਆਰ ਹੋ ਜਾਂਦਾ ਹੈ। ਇਹਦੀ ਕਾਉਂਸਲਿੰਗ ਕਰ ਬੁੱਧੀ ਦੇ ਨਾਲ, ਫਿਰ ਬੁੱਧੀ ਦੇ ਨਾਲ ਇਹਨੂੰ ਸਮਝਾ ਕਿ ਤੂੰ ਜਿੱਦਾਂ ਦਾ ਜੀਵਨ ਬਤੀਤ ਕੀਤਾ ਸੱਚੀ ਤੈਨੂੰ ਕੁਛ ਲੱਭਿਆ? ਜਿੱਦਾਂ ਦਾ ਤੂੰ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇਰੇ ਆਲੇ ਦੁਆਲੇ ਲੋਕਾਂ ਨੇ ਵੀ ਏਦਾਂ ਜੀਵਨ ਬਤੀਤ ਕੀਤਾ, ਬਜ਼ੁਰਗ ਮਰ ਗਏ ਨੇ, ਚਲੇ ਗਏ ਨੇ ਸੰਸਾਰ ਤੋਂ, ਤੂੰ ਦੇਖ ਉਹਨਾਂ ਨੂੰ ਕੁਛ ਲੱਭਿਆ? ਜੇ ਤੇਰੇ ਮਨ 'ਚ ਇੱਕ ਗਲਤ ਫਹਿਮੀ ਬਹਿ ਚੁੱਕੀ ਹੈ ਤੇ ਇਹਨੂੰ ਕਲੀਅਰ ਕਰ। ਤੂੰ ਏਦਾਂ ਦਾ ਕਰਮ ਨਾ ਕਰਕੇ ਜਿਹਦੇ ਨਾਲ ਕਿ ਤੈਨੂੰ ਕੱਲ ਨੂੰ ਪਛਤਾਉਣਾ ਪਵੇ, ਕਿਉਂਕਿ ਇਹ ਕਰਮ ਜਿਹੜਾ ਅਮਿਟ ਹੁੰਦਾ। ਫਿਰ ਉਹ ਕਹਿੰਦੇ ਆ ਕਿ ਖਜ਼ਾਨਾ ਜਿਹੜਾ ਅੰਮ੍ਰਿਤ ਦਾ ਹੈ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਉਹ ਕਹਿੰਦੇ ਭਗਤੀ ਕਰੋਗੇ ਤੇ ਤੁਹਾਡਾ ਆਪਣੇ ਆਪ ਹੀ ਮਨ ਜਿਹੜਾ ਹੈ ਔਗਣਾ ਤੋਂ ਅਲੱਗ ਹੋ ਜਾਏਗਾ। ਤੇ ਫਿਰ ਅਗਲੇ ਬੰਨੇ ਤੁਕ ਬੋਲੋ ਵੀਰ ਜੀ। ਹਾਂਜੀ ਅੱਗੇ ਹੈ ਜੀ, ਇੱਕ ਮਿੰਟ ਜੀ। ਅੰਮ੍ਰਿਤ ਦੇ ਥੱਲੇ ਹਾਂਜੀ ਅੱਗੇ ਜੀ, ਤਿਨਕੇ ਸੰਗ ਨਿਹਾਲ ਸ਼ਰਵਣੀ ਜਸ ਸੁਣਾ। ਕਹਿੰਦੇ ਮੈਂ ਉਹਨਾਂ ਦੀ ਸੰਗਤ 'ਚ ਬਹਿ ਕੇ ਤੇ ਉਹਨਾਂ ਦਾ ਜਸ ਸੁਣਾ, ਨਿਹਾਲ ਹੋ ਜਾਂਦਾ। ਕਹਿੰਦੇ ਮੈਂ ਜਦੋਂ ਜਸ ਸੁਣਦਾ ਤੇ ਮੈਂ ਨਿਹਾਲ ਵੀ ਹੋ ਜਾਂਦਾ। ਹਾਂਜੀ ਤੇ ਕਮਾਵਾਂ ਤਿੰਨ ਕੀ ਕਾਰ ਸਰੀਰ ਪਵਿੱਤ ਹੋਏ। ਤੇ ਕਹਿੰਦੇ ਮੈਂ ਜਿੱਦਾਂ ਇਹ ਸਾਰੀ ਕਾਰਵਾਈ ਕਰੀ ਜਾਊਂਗਾ ਉਹਨਾਂ ਨਾਲ ਬੈਠ ਕੇ, ਤੇ ਉਹ ਅੰਦਰ ਮੈਂ ਉਹ ਤੋਂ ਵਿਧੀ ਦੇ ਅਨੁਸਾਰ ਮੈਂ ਚੱਲੂੰਗਾ। ਜਦੋਂ ਮੈਂ ਜਿਸ ਤਰ੍ਹਾਂ ਉਹ ਦੱਸ ਰਹੇ ਨੇ ਵੀ ਇਸ ਤਰ੍ਹਾਂ ਤੁਸੀਂ ਨਿਰਵਿਚਾਰ ਹੋ ਕੇ ਅੰਦਰ ਬੈਠੋ ਆਪਣੇ, ਤੇ ਕਹਿੰਦੇ ਫਿਰ ਮੇਰਾ ਸਰੀਰ ਪਵਿੱਤਰ ਹੁੰਦਾ ਜਾਂਦਾ ਜੀ ਵੀ। ਹਾਂਜੀ ਠੀਕ ਹੈ ਜੀ। ਪਹਿਲਾਂ ਤੋਂ ਕਹਿ ਰਹੇ ਨੇ ਕਿ ਉਹਨਾਂ ਦਾ ਜਿਹੜਾ ਸੰਗ ਕਰਨਾ ਹੈ, ਸੰਗ ਕੀਤਿਆਂ ਕੀ ਹੋਊਗਾ, ਨਿਹਾਲ ਹੋ ਜਾਂਦਾ ਬੰਦਾ। ਹੁਣ ਤੇ ਬਹੁਤ ਜ਼ਿਆਦਾ ਕਿਸਮਤ ਚੰਗੀ ਹੈ ਕਿ ਇਹ ਗਿਆਨ ਸਾਡੇ ਘਰਾਂ 'ਚ ਹੀ ਪਹੁੰਚ ਰਿਹਾ ਕਿਸੇ ਵੀ ਰੂਪ ਦੇ ਵਿੱਚ। ਨਹੀਂ ਤੇ ਪਹਿਲਾਂ ਫਿਜ਼ੀਕਲੀ ਤੁਹਾਨੂੰ ਉਸ ਗਿਆਨ ਦੇ ਸੋਰਸ ਕੋਲ ਜਾਣਾ ਪੈਂਦਾ ਸੀ, ਉੱਥੋਂ ਗਿਆਨ ਪ੍ਰਾਪਤ ਕਰਨਾ ਪੈਂਦਾ ਸੀ, ਫਿਰ ਜਾ ਕੇ ਕਿਤੇ ਗੱਲ ਬਣਦੀ ਸੀ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿ ਰਹੇ ਨੇ ਕਮਾਵਾਂ ਤਿੰਨ ਕੀ ਕਾਰ ਸਰੀਰ ਪਵਿੱਤ ਹੋਏ। ਤੇ ਜਦੋਂ ਉਹਨਾਂ ਨੂੰ ਆਪਾਂ ਸਰਵਣ ਕਰਾਂਗੇ, ਉਹਨਾਂ ਦੇ ਲਾਗੇ ਬਹਾਂਗੇ, ਉਹਨਾਂ ਦੀ ਸੰਗਤ ਕਰਾਂਗੇ, ਫਿਰ ਉਹਨਾਂ ਦਾ ਗਿਆਨ ਸਾਡੇ ਕੰਨਾਂ ਦੇ ਰਾਹੀਂ ਸਾਡੇ ਅੰਦਰ ਪ੍ਰਵੇਸ਼ ਕਰੇਗਾ, ਅੱਖਾਂ ਦੇ ਰਾਹੀਂ ਆਪਾਂ ਉਹਨਾਂ ਦਾ ਜੀਵਨ ਦੇਖਾਂਗੇ। ਤੇ ਫਿਰ ਕੀ ਹੋਊਗਾ, ਸਾਡਾ ਜਿਹੜਾ ਸਰੀਰ ਹੈ ਇਹ ਪਵਿੱਤਰ ਹੋ ਜਾਏਗਾ। ਕਿਉਂਕਿ ਪਵਿੱਤਰ ਹੋਣਾ ਇਸ ਲਈ ਬਹੁਤ ਜ਼ਰੂਰੀ ਹੈ। ਤੇ ਬਿਨਾਂ ਸੰਗਤ ਦੇ ਅੰਦਰ ਜਿਹੜਾ ਚਿੱਤ ਦੇ ਵਿੱਚ ਜਿਹੜੀ ਇਹ ਚੰਗੀ ਚੀਜ਼ ਪ੍ਰਗਟ ਨਹੀਂ ਹੋ ਸਕਦੀ, ਕਿਉਂਕਿ ਮਨ ਜਿਹੜਾ ਬਹਾਨਾ ਕਰ ਦਿੰਦਾ ਹੈ ਬੰਦੇ ਨੂੰ ਅੱਗੇ ਪਿੱਛੇ ਲੈ ਜਾਂਦਾ। ਇਸ ਕਰਕੇ ਇਸ ਦੇ ਅੰਦਰ ਇੱਕ ਸਕੈਨਿੰਗ ਹੋਣੀ ਬੜੀ ਜ਼ਰੂਰੀ ਹੈ। ਕੁਝ ਤੇ ਹੋਵੇ ਜੋ ਸਾਨੂੰ ਇਹ ਦੱਸੇ ਕਿ ਬਈ ਇਹ ਤੇਰਾ ਮਾਰਗ ਜਿਹੜਾ ਹੈਗਾ ਏਡਾ ਵਧੀਆ ਨਹੀਂ ਆ, ਏਦਾਂ ਕਰ, ਲੈਫਟ ਕੱਟ ਲਾ ਜਾਂ ਰਾਈਟ ਕੱਟ ਲਾ, ਕੁਛ ਤੇ ਕਰ ਲਾ। ਤੇ ਇਹ ਗੱਲ ਬੜੀ ਇੰਪੋਰਟੈਂਟ ਆ। ਪਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਧਿਆਨ ਨਹੀਂ ਦਿੰਦੇ, ਆਪਾਂ ਬੇਪਰਵਾਹ ਜਾਂਦੇ ਹਾਂ। ਜਦਕਿ ਬਾਣੀ ਦੇ ਵਿੱਚ ਸਾਡੀ ਜਿਹੜੀ ਆ ਸਾਡੀ ਰੋਲ ਮਾਡਲਿੰਗ ਕੀਤੀ ਗਈ ਹੈ, ਸਾਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਇਹ ਕੰਮ ਤੋਂ ਬਿਲਕੁਲ ਨਹੀਂ ਕਰਨੇ। ਜਦੋਂ ਉੱਤੇ ਵੇਖੋ ਕਿਹਾ ਵਾ ਕਿ ਤੂੰ ਬੁਰਾ ਕੰਮ ਕਰ ਲੱਗਿਆ, ਮਿੰਟ ਨਹੀਂ ਲਾਉਂਦਾ, ਤੇ ਚੰਗਾ ਕਰਮ ਕਰਨ ਦੇ ਟਾਈਮ ਆਉਂਦਾ ਤੂੰ ਪੋਸਟਪੋਨ ਕਰੀ ਜਾਂਦਾ। ਪਰ ਇਸੇ ਤਰ੍ਹਾਂ ਆਪਾਂ ਧਿਆਨ ਵੀ ਦੇਣਾ ਕਿ ਆਪਾਂ ਮਾੜਾ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਲੈਣਾ ਹੈ। ਫਿਰ ਅਗਲੇ ਬੰਨੇ ਕਹਿ ਰਹੇ ਨੇ ਹਾਂਜੀ, ਉਹ ਕਹਿੰਦੇ ਜੀ ਪਾਣੀ ਪੱਖਾ ਪਾਣੀ ਪੀਸ ਬਿਗਸਾਂ ਕਹਿੰਦੇ ਖੁਸ਼ ਹੋ ਜਾ ਪੈਰ ਧੋਏ। ਉਹ ਦੇਖੋ ਆਪਣੇ ਆਪ ਨੂੰ ਕਿੰਨਾ ਉਹ ਨਿਮਰਤਾ ਦੇ ਘਰ ਜਾ ਕੇ, ਆਪੋਂ ਕਛੂ ਨਾ ਹੋਏ ਪ੍ਰਭ ਦਰ ਨਿਹਾਲੀ ਹੈ, ਪ੍ਰਭ ਨਦਰ ਨਿਹਾਲੀ ਹੈ। ਤੇ ਉਹ ਕਹਿੰਦੇ ਤੇਰੀ ਨਜ਼ਰ ਤੋਂ ਬਿਨਾਂ ਪ੍ਰਮਾਤਮਾ ਮੇਰੇ ਤੋਂ ਕੁਝ ਨਹੀਂ ਹੋ ਸਕਦਾ। ਤੇ ਬਸ ਮੈਂ ਤਾਂ ਇਹੀ ਕਰ ਸਕਦਾ ਵੀ ਜਿਵੇਂ ਜਿਵੇਂ ਮੈਨੂੰ
ਜੇ ਬ੍ਰਹਮ ਗਿਆਨੀ ਜਾਂ ਗੁਰਮੁਖ ਜਾਂ ਜੋ ਮੇਰੇ ਤੋਂ ਅੱਗੇ ਹੈਗੇ ਉਹ ਦੱਸ ਰਹੇ ਨੇ, ਉਸ ਤਰ੍ਹਾਂ ਕਹਿੰਦੇ ਮੈਂ ਜੋ ਵੀ ਮੈਨੂੰ ਮੈਨੂੰ ਇਹ ਤੋਂ ਵੀ ਕੋਈ ਰੇਜ ਨਹੀਂ ਹੈ ਕਿ ਜੇ ਮੈਨੂੰ ਪੱਕਾ ਉਸ ਟਾਈਮ ਤੇ ਜਿੱਦਾਂ ਦੇ ਜਿਸ ਤਰ੍ਹਾਂ ਦੇ ਕੰਮ ਹੁੰਦੇ ਸੀ, ਕਿਸੇ ਪੱਖਾ ਝੱਲਣਾ, ਪਾਣੀ ਭਰਨਾ, ਤਾਂ ਚੱਕੀਆਂ ਪੀਣੀਆਂ, ਤੇ ਕਹਿੰਦੇ ਪੈਰ ਧੋ ਕੇ, ਕਹਿੰਦੇ ਮੈਨੂੰ ਉਹਦੇ ਨਾਲ ਖੁਸ਼ੀ ਮਿਲੇ, ਬਸ ਮੈਂ ਤਾਂ ਉਹਦੇ ਨਾਲ ਮੈਨੂੰ ਖੁਸ਼ੀ ਮਿਲ ਜਾਂਦੀ ਹੈ, ਤੇ ਮੇਰੇ ਕੋਲੋਂ ਕੁਝ ਤਾਂ ਹੋ ਨਹੀਂ ਸਕਦਾ, ਤੇ ਪ੍ਰਮਾਤਮਾ ਤੇਰੇ ਨਾਲ ਹੀ ਹੋ ਗਿਆ, ਕਿਉਂਕਿ ਨਾਲ ਲਾਸਟ ਵਿੱਚ ਕਰਕੇ ਮੋਹਿ ਨਿਰਗੁਣ ਗੁਣ ਦੀਚੈ ਥਾਉ ਸੰਤ ਧਰਮਸ਼ਾਲੀ ਹੈ। ਉਹ ਕਹਿੰਦੇ ਵੀ ਮੈਨੂੰ ਇਸ ਮੋਹਿ ਨਿਰਗੁਣ, ਮੈਂ ਤਾਂ ਨਿਰਗੁਣ ਆ, ਕਹਿੰਦੇ ਮੇਰੇ 'ਚ ਤਾਂ ਕੋਈ ਗੁਣ ਹੀ ਨਹੀਂ ਹੈ, ਮੈਨੂੰ ਥਾਂ ਦੇ ਉਸ ਥਾਂ ਤੇ ਜਿੱਥੇ ਸੰਤਾਂ ਦੀ ਧਰਮਸਾਲ ਹੈਗੀ ਆ, ਜਾਂ ਜਿੱਥੇ ਉਹ ਬੈਠ ਕੇ ਇਹ ਪ੍ਰਮਾਤਮਾ ਦਾ ਨਾਮ ਜਪਦੇ। ਜੀ ਵੀਰ ਜੀ। ਹਾਂਜੀ, ਕਹਿੰਦੇ ਉੱਪਰ ਤੋਂ ਉੱਤੇ ਲਿਖਿਆ, ਆਪ ਕੁਛ ਨਾ ਹੋਏ ਪ੍ਰਭ ਨਦਰੀ ਨਿਹਾਲੀਏ, ਮੋਹ ਨਿਰਗੁਣ ਦੀਜੇ ਥਾਉ ਸੰਤ ਧਰਮ ਸਾਲੀ। ਕਹਿੰਦੇ ਕਿ ਮੈਂ ਜਿਹੜਾ ਗੁਣਹੀਨ ਆ, ਮੇਰੇ 'ਚ ਗੁਣ ਨਹੀਂ ਹੈਗੇ, ਤੇ ਮੈਨੂੰ ਉਹਨਾਂ ਮਨੁੱਖਾਂ ਦੀ ਸੰਗਤ ਦਿਓ ਜਿਨ੍ਹਾਂ ਦੇ ਅੰਦਰ ਗੁਣ ਹੈਗੇ। ਗੁਰਮੁਖ ਤੋਂ ਭਾਵ ਉਹ ਮਨੁੱਖ ਜਿਹਨੇ ਆਪਣੇ ਅੰਦਰ ਚੰਗਿਆਈ ਨੂੰ ਪ੍ਰਗਟ ਕਰ ਲਿਆ, ਬੁਰਾਈ ਨੂੰ ਦੂਰ ਕਰ ਲਿਆ। ਦੇਖੋ ਕਈ ਬੰਦੇ ਹੁੰਦੇ ਨੇ, ਵੇਖੋ ਨਸ਼ਾ ਕਰਦੇ, ਨਸ਼ਾ ਛੱਡ ਲੈਂਦੇ ਨੇ ਕਿਉਂਕਿ ਉਹ ਬੜੇ ਸਟਰੋਂਗ ਹੁੰਦੇ ਨੇ। ਜੇਕਰ ਉਹ ਨਸ਼ਾ ਕਰਨ ਦਾ ਫੈਸਲਾ ਕਰ ਸਕਦੇ ਨੇ ਤੇ ਨਸ਼ਾ ਛੱਡਣ ਦਾ ਫੈਸਲਾ ਵੀ ਕਰ ਸਕਦੇ ਨੇ। ਤੇ ਕਈ ਬੰਦੇ ਐਸੇ ਤੁਹਾਨੂੰ ਮਿਲਣਗੇ ਜ਼ਿੰਦਗੀ ਭਰ ਕੋਸ਼ਿਸ਼ ਕਰਨਗੇ, ਉਹ ਉਹਨਾਂ ਤੋਂ ਔਗਣ ਦੂਰ ਨਹੀਂ ਹੁੰਦੇ। ਉਹਨਾਂ ਦਾ ਸੁਭਾਅ ਹੀ ਇੰਨਾ ਪਾਵਰਫੁਲ ਹੋ ਚੁੱਕਿਆ ਹੈ, ਹੁਣ ਬਸ ਉਸ ਆਪਣੇ ਸੁਭਾਅ ਦੇ ਅਨੁਸਾਰ ਹੀ ਆਪਣਾ ਸਾਰਾ ਜੀਵਨ ਬਤੀਤ ਕਰ ਦੇਣਗੇ, ਉਹ ਮਸਲਾ ਹੱਲ ਨਹੀਂ ਹੋਏਗਾ ਨਾ। ਤੇ ਅੱਜ ਦੀ ਵਿਚਾਰ ਇੱਥੇ ਵੀਰ ਜੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਦੇਖੋ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਉਹ ਇਸ ਸਮੇਂ 'ਚ ਦੇਖੋ ਕਿੰਨੀ ਸੰਗਤ ਆਪਾਂ ਨੂੰ ਘਰ ਬੈਠਿਆਂ ਮਿਲ ਰਹੀ ਹੈ। ਉਹ ਇੱਕ ਦਿਨ ਵੈਸੇ ਮੇਰੇ ਦਿਮਾਗ 'ਚ ਚੱਲ ਰਹੀ ਸੀ ਗੱਲ, ਮੈਂ ਕਿਹਾ ਗੁਰੂ ਨਾਨਕ ਸਾਹਿਬ ਦੇਖੋ ਦੇ ਟਾਈਮ ਤੇ ਆਪਾਂ ਗੁਰਬਾਣੀ ਤੋਂ ਕਹਿੰਦੇ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਆਹ ਦੇਖੋ ਘਰ ਘਰ ਦੇ ਅੰਦਰ ਧਰਮਸ਼ਾਲ ਖੁੱਲ ਗਈ ਹੈ। ਦੇਖੋ ਜੀ ਆਹ ਨੈਟ ਦੇ ਥਰੂ ਦੇਖੋ ਇਹਦਾ ਬੈਨੀਫਿਟ ਵੀ ਲੈ ਸਕਦੇ ਹਾਂ। ਦੇਖੋ ਆਪਾਂ ਇਹ ਨੈਟ ਦਾ ਦੇਖੋ, ਹੈ ਨਾ। ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂ ਨਹੀਂ, ਫਾਇਦਾ ਤੇ ਹੈ, ਹਾਂ ਫਾਇਦਾ ਤੇ ਹੈ ਹੀ ਹੈ ਜੀ। ਦੇਖੋ ਜਦੋਂ ਆਪਾਂ ਬੰਦਗੀ ਕਰਦੇ ਹਾਂ, ਰੱਬ ਦਾ ਨਾਮ ਧਿਆਉਂਦੇ ਹਾਂ, ਤੇ ਫਿਰ ਤੇ ਉਹਦਾ ਬੈਨੀਫਿਟ ਤੇ ਮਿਲਦਾ। ਅੱਛਾ ਸੰਗਤ ਜੀ, ਅੱਜ ਦਾ ਜੋ ਵਿਚਾਰ ਕੀਤੀ ਆ, 2-4 ਪੁਆਇੰਟ ਜਿਹੜੇ ਆਪਾਂ ਡਿਸਕਸ ਕੀਤੇ, ਇੱਕ ਤੇ ਸੁਭਾਅ ਦੀ ਗੱਲ ਕੀ, ਕਹਿੰਦੇ ਆਦਤਾਂ ਬਦਲੋ ਤੁਸੀਂ ਬਦਲ ਜਾਓਗੇ। ਉਸ ਤੋਂ ਬਾਅਦ ਸਾਡਾ ਜੀਵਨ 90% ਜਿਹੜਾ ਆਪਣੀਆਂ ਆਦਤਾਂ ਦੇ ਅਧੀਨ ਚੱਲਦਾ। ਦੇਖੋ ਤੁਹਾਡੇ 'ਚ ਕੋਈ ਮਾੜੀ ਆਦਤ ਹੈਗੀ, ਤੁਸੀਂ ਸਾਰੇ ਉਹਨੂੰ ਧਿਆਨ ਦਿਓ। ਮੈਡਮ ਜੀ ਹੈਗੇ, ਤੁਸੀਂ ਵੀ ਧਿਆਨ ਦਿਓ, ਕਿਉਂਕਿ ਆਦਤਾਂ ਕਈ ਵਾਰੀ ਗਲਤ ਵੀ ਨੂੰ ਚਿੰਬੜ ਜਾਂਦੀਆਂ। ਜਿੱਦਾਂ ਸ਼ਰਾਬ ਪੀਣ ਦੀ ਆਦਤ ਹੁੰਦੀ ਹੈ, ਉਲਟੇ ਪੁਲਟੇ ਕੰਮ ਕਰਨ ਦੀ, ਜੂਆ ਖੇਡਣ ਦੀ, ਇਹ ਆਦਤਾਂ ਹੁੰਦੀਆਂ ਨੇ। ਉਹ ਬੰਦੇ ਨੂੰ ਚਲਾਉਂਦਾ, ਬੰਦਾ ਬਾਰ-ਬਾਰ ਉੱਥੇ ਪਹੁੰਚ ਜਾਂਦਾ। ਠੀਕ ਹੈ ਜੀ, ਤੇ ਇਸ ਨੂੰ ਆਪਾਂ ਧਿਆਨ ਰੱਖਣਾ, ਤੇ ਤਾਂ ਜੋ ਇਹ ਜਿਹੜਾ ਯੁੱਗ ਬੜੋਰੀ ਹੈ ਉਸ ਤੋਂ ਬਚਿਆ ਜਾ ਸਕੇ। ਠੀਕ ਹੈ ਜੀ। ਤੇ ਇੱਕ ਜੇਕਰ ਸਾਨੂੰ ਕੋਈ ਇਹ ਦੱਸਦਾ ਹੈ ਕਿ ਵੀ ਤੇਰੇ 'ਚ ਔਗਣ ਹੈਗੇ, ਤੇ ਉੱਥੋਂ ਭੱਜਣਾ ਨਹੀਂ ਹੈ, ਉੱਥੋਂ ਨਫ਼ਰਤ ਨਹੀਂ ਕਰਨੀ, ਬਲਕਿ ਇਸ ਚੀਜ਼ ਦੀ ਵਿਚਾਰ ਕਰਨ ਦੀ ਲੋੜ ਹੈ ਕਿ ਸੱਚੀ ਉਹ ਚੀਜ਼ ਸਾਡੇ ਅੰਦਰ ਹੈਗੀ ਹੈ। ਜੇ ਹੈਗੀ ਹੈ ਤੇ ਉਸ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਣਾ ਚਾਹੀਦਾ। ਜ਼ਿਆਦਾਤਰ ਆਪਾਂ ਕੀ ਕਰਦੇ ਹਾਂ, ਆਪਣੇ ਤੋਂ ਜੜ ਹੋ ਜਾਂਦੇ ਹਾਂ ਨਾ, ਆਪਾਂ ਸੁਣਦੇ ਨਹੀਂ ਦੂਜੇ ਦੀ ਗੱਲ। ਆਪਾਂ ਆਪਣੀ ਕੀ ਕਰਦੇ ਹਾਂ, ਭਾਵੇਂ ਅਗਲਾ ਸਹੀ ਹੋਵੇ ਪਰ ਆਪਾਂ ਨਹੀਂ ਸੁਣਦੇ। ਆਪਾਂ ਸੋਚਦੇ ਕਿ ਮੇਰੀ ਹਉਮੈ ਨੂੰ ਠੇਸ ਵੱਜ ਰਹੀ ਆ। ਤੇ ਬਾਣੀ 'ਚ ਇਹ ਸਮਝਾਇਆ ਗਿਆ ਵਾ ਕਿ ਜਿਹੜਾ ਚੰਗਾ ਕੰਮ ਹੈ ਤੂੰ ਅੱਜ ਕਰ ਲਾ, ਤੇ ਜਿਹੜਾ ਮਾੜਾ ਕੰਮ ਹੈ ਉਹਨੂੰ ਕੱਲ ਕਰ ਲਈ। ਠੀਕ ਹੈ ਜੀ। ਫਿਰ ਕਹਿੰਦੇ ਨੇ ਕਿ ਜੇਕਰ ਤੂੰ ਇਹ ਸੋਚਦਾ ਕਿ ਬੜਾ ਲੰਮਾ ਚੌੜਾ ਟਾਈਮ ਹੈਗਾ, ਤੇ ਇਹ ਤੇਰੇ ਮਨ ਦੀ ਇੱਕ ਕਨਫਿਊਜ਼ਨ ਹੈ। ਅੱਜ ਦੀ ਰਾਤ ਨੇ ਪਤਾ ਨਹੀਂ ਕਿੰਨੇ ਕੁ ਨੂੰ ਚੁੱਕ ਲੈਣਾ, ਤੈਨੂੰ ਵੀ ਨਹੀਂ ਪਤਾ ਕਦੋਂ ਤੇਰਾ ਵੀ ਨੰਬਰ ਲੱਗ ਜਾਣਾ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ ਜੀ। ਵੀਰ ਜੀ, ਸਿਸਟਰ ਦੀ ਤੰਦਰੁਸਤੀ ਲਈ ਅਰਦਾਸ ਕਰੇ। ਠੀਕ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮੇਰੇ ਕਰੋ ਗਰੀਬ ਨਵਾਜ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ ਕਰੋ, ਕਿ ਤੂੰ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਮੇਰੇ ਪਿਤਾ ਇੱਕ ਮਾਤਾ ਆਪਣੇ ਬੱਚੇ ਦੀ ਅਰਦਾਸ ਕਰਾਉਂਦੀ, ਉਹ ਕਹਿੰਦੀ ਹੈ ਕਿ ਮੇਰੇ ਬੱਚੇ ਦੇ ਸਰੀਰ ਦੇ ਵਿੱਚ ਕੋਈ ਕਸ਼ਟ ਹੈ, ਉਹ ਕਸ਼ਟ ਏਦਾਂ ਦਾ ਠੀਕ ਨਹੀਂ ਹੋ ਰਿਹਾ, ਤੇ ਕੁਝ ਪੈਸੇ ਦੀ ਵੀ ਕਮੀ ਹੈ, ਪੇਸ਼ੀ ਹੈਗੀ ਹੈ। ਆਪ ਜਾਨੀ ਜਾਣ ਜੋ ਮਿਹਰ ਕਰੋ, ਤਾਂ ਜੋ ਉਹਨਾਂ ਦਾ ਬੱਚਾ ਇੱਕ ਚੰਗਾ ਸਾਫ਼ ਸੁਥਰਾ ਜੀਵਨ ਬਤੀਤ ਕਰ ਸਕੇ। ਇੱਕ ਮੇਰੇ ਪਿਤਾ ਸਾਧਕ ਹੈਗੇ ਨੇ, ਉਹ ਆਪਣੇ
ਸਿਸਟਰ ਦੀ ਅਰਦਾਸ ਕਰਾ ਰਹੇ ਨੇ ਦੇਨ ਰੋਗਤਾ ਦੇ ਲਈ। ਆਪ ਉਹਨਾਂ ਦੇ ਮਿਹਰ ਕਰੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ, ਤਾਂ ਜੋ ਆਪਣਾ ਜੀਵਨ ਸਫਲ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਦੀ ਚੁੱਪ ਰਹੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।